लंघदा। दुखां दी कहानी सुन दिल कंबदा, तेरे तो बगैर झट नहीं ओ लंघदा। भुल्लियां नू रस्ता दिखान वालिया, गुफा च समाधियां लगान वालिया। भुल्लियां नू रस्ता दिखान वालिया, गुफा च समाधियां लगान वालिया। निम दियां पत्तियां नू खान वालिया, गुफा च समाधियां लगान वालिया। निम दियां पत्तियां नू खान वालिया, गुफा च समाधियां लगान वालिया। जब तक जीवियां समान रहणगे, तद तक तेरे अरमान रहणगे। जब तक जीवियां समान रहणगे, तद तक तेरे अरमान रहणगे। नंगली नो तीर्थ बनान वालिया, गुफा च समाधियां लगान वालिया। नंगली नो तीर्थ बनान वालिया, गुफा च समाधियां लगान वालिया। निम दियां पत्तियां नू खान वालिया, गुफा च समाधियां लगान वालिया। निम दियां पत्तियां नू खान वालिया, गुफा च समाधियां लगान वालिया। बोलो जयकारा बोल मेरे श्री गुरु महाराज की जय। गुरु प्यारी साध संगत, ਅਸੀਂ ਸੰਸਾਰ ਦੇ ਵਿੱਚ ਫਸੇ ਹੋਏ ਹਾਂ। ਔਰ ਇਸ ਸੰਸਾਰ ਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਨਿਕਲਿਆ ਨਹੀਂ ਜਾਂਦਾ। ਜਿਨ੍ਹਾਂ ਮਾਸਕ ਨਹੀਂ ਪਹਿਨੇ ਉਹ ਮਾਸਕ ਪਹਿਨ ਲੈਣ। ਤੋ ਸੰਸਾਰ ਚੋਂ ਕਿਵੇਂ ਨਿਕਲਿਆ ਜਾਂਦਾ ਹੈ? ਮਹਾਰਾਜ ਜੀ ਕਹਿੰਦੇ ਨੇ, ਗੱਲੀ ਰਾਮ ਨਾ ਰੀਝਿਆ, ਭਗਤ ਕਰੇ ਸੋਈ ਸੀਝਿਆ। ਸੰਸਾਰ ਚੋਂ ਨਿਕਲਣਾ ਹੈ, ਸੰਸਾਰ ਚੋਂ ਮੋਕਸ਼ ਪ੍ਰਾਪਤ ਕਰਨਾ ਹੈ, ਤੇ ਗੱਲਾਂ ਨਾਲ ਨਹੀਂ, ਭਗਤੀ ਕਰਨੀ ਪਏਗੀ। ਔਰ ਭਗਤੀ ਵੀ ਕੈਸੀ? ਗੁਰਮੁਖ ਬਣ ਕੇ, ਮਨਮੁਖ ਬਣ ਕੇ ਨਹੀਂ। ਹੁਣ ਇਹਦਾ ਅਰਥ ਕੀ ਹੈ? ਗੁਰਮੁਖ ਬਣਨ ਦਾ ਕੀ ਅਰਥ ਹੈ? ਭਾਵ ਗੁਰੂ ਦੇ ਇਸ਼ਾਰੇ ਨਾਲ ਚੱਲਣਾ ਹੈ, ਆਪਣੇ ਮਨ ਦੇ ਇਸ਼ਾਰੇ ਨਾਲ ਨਹੀਂ ਚੱਲਣਾ। ਜੇ ਮਨ ਦੇ ਇਸ਼ਾਰੇ ਨਾਲ ਚੱਲਾਂਗੇ, ਮਨਮੁਖ ਹਾਂ ਅਸੀਂ, ਫਿਰ ਇਹ ਸੰਸਾਰ ਸਾਗਰ ਵਿੱਚ ਅਸੀਂ ਜੰਮਦੇ ਰਵਾਂਗੇ ਅਤੇ ਮਰਦੇ ਰਵਾਂਗੇ। ਸੰਸਾਰ ਦੇ ਦੁੱਖ ਕਲੇਸ਼ ਸਹਿੰਦੇ ਰਵਾਂਗੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਜਮ ਜਮ ਮਰੇ ਮਰੇ ਫੁਨ ਜੰਮੇ, ਬਹੁ ਸਜਾਏ ਪਿਆ ਦੇਸ ਲੰਮੇ। ਜਿਨ ਕੀਤੀ ਤਿਸੇ ਨਾ ਜਾਣੇ ਅੰਧਾ, ਤਾਂ ਦੁੱਖ ਸਹੇ ਪ੍ਰਾਣੀਆਂ। ਇਸ ਸੰਸਾਰ ਦਾ ਦੁੱਖ ਤਾਂ ਕਰਕੇ ਹੀ ਸਹਿ ਰਿਹਾ ਹੈ। ਇਸ ਦੁੱਖ ਤੋਂ ਅਸੀਂ ਬਰੀ ਹੋਣਾ ਹੈ। ਇਸ ਦੁੱਖ ਤੋਂ ਬਰੀ ਹੋਣਾ ਹੈ। ਉਹ ਕਿਸ ਤਰੀਕੇ ਨਾਲ ਹੋਣਾ ਹੈ? ਗੁਰੂ ਦੇ ਵਚਨ ਨਾਲ। ਜਿਸ ਨੇ ਆ ਕੇ ਗੁਰੂ ਦੇ ਕੋਲੋਂ ਨਾਮ ਸ਼ਬਦ ਦਾ ਭੇਦ ਲੈ ਲਿਆ, ਨਾਮ ਸ਼ਬਦ ਦਾ ਭੇਦ ਲੈ ਕੇ ਵੀ ਗੁਰੂ ਦੇ ਵਚਨ ਨੂੰ ਨਹੀਂ ਪਕੜਿਆ, ਫਿਰ ਵੀ ਮਨ ਦੀ ਮਰਜ਼ੀ ਕਰਦਾ ਹੈ, ਉਹ ਮਨਮੁਖ ਹੈ। ਉਹ ਨਿਕਲ ਨਹੀਂ ਸਕਦਾ ਸੰਸਾਰ ਸਾਗਰ ਵਿੱਚੋਂ। ਗੁਰ ਕੇ ਵਚਨ ਪ੍ਰਦੀਤ ਨਾ ਜਿਹੀ, ਸੁਪਨੇ ਹੂ ਨਾ ਸੁਖ ਸਿੱਧੀ ਤੇਹੀ। ਜਿਹਨੂੰ ਗੁਰੂ ਦੇ ਵਚਨ 'ਤੇ ਭਰੋਸਾ ਨਹੀਂ, ਪ੍ਰਤੀਤ ਨਹੀਂ, ਉਹਨੂੰ ਸੁਪਨੇ ਵਿੱਚ ਵੀ ਸੁੱਖ ਅਤੇ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ। ਗੋਸਵਾਮੀ ਤੁਲਸੀਦਾਸ ਜੀ ਵੀ ਕਹਿੰਦੇ ਹਨ। ਮਹਾਰਾਜ ਜੀ
ਪਹਿਲੀ ਪਾਤਸ਼ਾਹੀ ਸਵਾਮੀ ਅਦਵੈਤਾਨੰਦ ਮਹਾਰਾਜ ਜੀ ਟੇਰੀ ਵਿੱਚ ਬਿਰਾਜਮਾਨ ਨੇ, ਜਿੱਥੇ ਨੰਗਲੀ ਨਿਵਾਸੀ ਮਹਾਂਪ੍ਰਭੂ ਨੇ ਅਵਤਾਰ ਧਾਰਨ ਕੀਤਾ। ਅਵਤਾਰ ਧਾਰਨ ਕਰਕੇ ਤੇ ਉਹਨਾਂ ਦੀ ਸ਼ਰਨ ਵਿੱਚ ਆਏ ਹੋਏ ਸਨ। ਮਹਾਰਾਜ ਜੀ ਆਪਣੀ ਮਰਜ਼ੀ ਨਾਲ ਪਹਿਲਾਂ ਤਪੱਸਿਆ ਕਰਦੇ ਰਹੇ ਟੇਰੀ ਦੀਆਂ ਪਹਾੜੀਆਂ ਵਿੱਚ, ਪਰ ਜਦੋਂ ਗੁਰੂ ਧਾਰਨ ਕੀਤਾ ਸਵਾਮੀ ਅਦਵੈਤਾਨੰਦ ਮਹਾਰਾਜ ਜੀ ਨੂੰ, ਪਹਿਲੀ ਪਾਤਸ਼ਾਹੀ ਨੂੰ, ਫਿਰ ਉਹਨਾਂ ਨੇ ਕੀ ਕੀਤਾ ਕਿ ਸੋਚਿਆ ਕਿ ਇਹ ਰੂਹ ਐਸੀ ਹੈ, ਇਸ ਨੂੰ ਕਰਕੇ ਕੁਛ ਬਣਾਉਣਾ ਚਾਹੀਦਾ ਹੈ। ਸੰਸਾਰ ਵਿੱਚ ਜਿਤਨੇ ਵੀ ਮਹਾਂਪੁਰਖ ਆਏ, ਅਵਤਾਰ ਆਏ, ਉਹ ਆਪਣੀ ਛਾਪ ਜ਼ਰੂਰ ਛੱਡ ਕੇ ਗਏ। ਕਾਹਦੇ ਵਾਸਤੇ? ਆਪਣੀ ਵਡਿਆਈ ਵਾਸਤੇ ਨਹੀਂ, ਦੁਨੀਆ ਦੇ ਤਰਨ ਦਾ ਤਰੀਕਾ ਨਾ ਦੱਸਿਆ ਕਿ ਜੇ ਕੋਈ ਪੜ੍ਹ ਜਾਵੇਗਾ, ਦੇਖ ਲਵੇਗਾ ਇਸ ਤਰੀਕੇ ਨੂੰ, ਤੇ ਸੰਸਾਰ ਸਾਗਰ ਚੋਂ ਨਿਕਲ ਜਾਵੇਗਾ। ਮਹਾਰਾਜ ਜੀ ਕਿਉਂ ਟੇਰੀ ਵਿੱਚ ਗਏ ਜੈਪੁਰ ਨੂੰ ਛੱਡ ਕੇ? ਉਹ ਇਸ ਕਰਕੇ ਗਏ, ਉਹ ਲੱਭਦੇ ਸਨ ਕਿ ਐਸੀ ਰੂਹ ਮਿਲੇ ਜਿਸ ਰੂਹ ਦੇ ਉੱਤੇ ਵਜ਼ਨ ਰੱਖਿਆ ਜਾਵੇ ਆਉਣ ਵਾਲਾ ਭਵਿੱਖ ਤਿਆਰ ਕਰਨ ਵਾਸਤੇ। ਜਿਹੜਾ ਆਉਣ ਵਾਲਾ ਭਵਿੱਖ ਸੀ ਉਸ ਨੂੰ ਗੱਲ ਕੀ ਹੈ, ਧਰਤੀ ਉੱਤੇ ਭਗਤੀ ਦੀ ਲਹਿਰ ਚਲਾਉਣ ਵਾਸਤੇ ਗੁਰੂ ਸਾਹਿਬਾਂ ਨੇ ਕੀ ਕੀਤਾ, ਨੰਗਲੀ ਨਿਵਾਸੀ ਮਹਾਂਪ੍ਰਭੂ ਨੂੰ ਕੀ ਕੀਤਾ ਕਿ ਕਿਹਾ ਵੀ ਤੁਸੀਂ ਆਗਰੇ ਜਾਣਾ ਤਪੱਸਿਆ ਕਰਨ। ਇਹ ਵੀ ਤਾਂ ਕਿਹਾ ਜਦੋਂ ਨੰਗਲੀ ਵਾਲੇ ਮਹਾਰਾਜ ਨੇ ਕਿਹਾ ਸੀ ਅਸੀਂ ਤਪ ਕਰਨਾ ਹੈ। ਉਹਨਾਂ ਕਿਹਾ ਆਪਣੀ ਮਰਜ਼ੀ ਨਾਲ ਕਰਨਾ ਹੈ ਕਿ ਸਾਡੀ ਮਰਜ਼ੀ ਨਾਲ ਕਰਨਾ ਹੈ? ਤੇ ਨੰਗਲੀ ਨਿਵਾਸੀ ਮਹਾਂਪ੍ਰਭੂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਹੁਕਮ ਨਾਲ ਕਰਨਾ ਹੈ। ਫਿਰ ਆਪ ਉਹਨਾਂ ਨੂੰ ਲੈ ਕੇ ਆਗਰੇ ਪਹੁੰਚੇ। ਆਗਰੇ ਗੱਲ ਕੀ ਨੰਗਲਾਪਦੀ ਤੇ ਜਾ ਕੇ ਉਹਨਾਂ ਨੇ ਕੀ ਕੀਤਾ, ਜਿਹੜਾ ਉੱਥੇ ਅਸਥਾਨ ਸੀ ਬਣਾਇਆ, ਉੱਥੇ ਗੱਲ ਕੀ ਉਹਨਾਂ ਨੂੰ ਗੱਲ ਕੀ ਕੀਤਾ ਕਿ ਤਪੱਸਿਆ ਵਾਸਤੇ ਉਹਨਾਂ ਨੂੰ ਗੱਲ ਕੀ ਕਿਹਾ ਵੀ ਇੱਥੇ ਬਹਿ ਕੇ ਤਪੱਸਿਆ ਕਰਨੀ ਹੈ। ਇੰਨੀ ਗੱਲ ਕਰਕੇ ਮਹਾਰਾਜ ਜੀ ਨੇ ਕੀ ਕੀਤਾ, ਆਪ ਮੁੜ ਕੇ ਫਿਰ ਕੀ ਕੀਤਾ, ਉੱਥੇ ਬਿਠਾ ਦਿੱਤਾ ਉਹਨਾਂ ਨੂੰ। ਗੁਰੂ ਨੇ ਹੁਕਮ ਕੀਤਾ ਹੈ, ਸੇਵਕ ਨੇ ਮੰਨ ਲਿਆ ਹੈ। ਪਰ ਇਸ ਤੋਂ ਪਹਿਲਾਂ ਮਹਾਰਾਜ ਜੀ ਆਪ ਤੇ ਨਹੀਂ ਗਏ, ਉਸ ਤੋਂ ਪਹਿਲਾਂ ਉਹਨਾਂ ਨੂੰ ਹੁਕਮ ਉੱਥੇ ਹੀ ਕਰ ਦਿੱਤਾ ਟੇਰੀ ਵਿੱਚ ਹੀ ਵੀ ਤੁਸੀਂ ਜਾਣਾ ਹੈ। ਪਰ ਉੱਧਰੋਂ ਕੀ ਕੀਤਾ, ਮਹਾਰਾਜ ਜੀ ਦਾ ਪਿਆਰ ਵੀ ਬੜਾ ਸੀ ਨੰਗਲੀ ਵਾਲੇ ਮਹਾਂਪ੍ਰਭੂ ਨਾਲ, ਸੇਵਕ ਨਾਲ। ਜਿਵੇਂ ਬੱਚੇ ਦਾ ਆਪਣਾ ਬੱਚਾ ਆਗਿਆਕਾਰੀ ਹੋਵੇ ਤਾਂ ਉਹਨਾਂ ਦਾ ਪਿਆਰ ਉਮੜਦਾ ਹੈ, ਕੋਈ ਸੇਵਕ ਆਗਿਆਕਾਰੀ ਹੋਵੇ ਤੇ ਗੁਰੂ ਦਾ ਪਿਆਰ ਉਮੜਦਾ ਹੈ। ਹੁਣ ਉੱਥੇ ਮਹਾਰਾਜ ਜੀ ਨੇ ਕੀ ਕੀਤਾ, ਕਹਿੰਦੇ ਤੁਸੀਂ ਜਾਓ ਆਗਰੇ, ਨੰਗਲਾਪਤੀ ਜਾ ਕੇ ਬੈਠੋ, ਉੱਥੇ ਜਾ ਕੇ ਤਪੱਸਿਆ ਕਰਨੀ ਹੈ। ਉਹਨਾਂ ਦਾ ਵਿਚਾਰ ਸੀ ਕਿ ਅੰਦਰਲੀਆਂ ਮੰਜ਼ਲਾਂ ਜਿਹੜੀਆਂ ਨੇ ਇਹਨਾਂ ਨੂੰ ਤੈਅ ਕਰਨ, ਰੂਹਾਨੀ ਮੰਜ਼ਲਾਂ ਅੰਦਰ ਦੀਆਂ ਜਿਹੜੀਆਂ ਨੇ ਉਹ ਤੈਅ ਕਰਨਗੇ ਤੇ ਇਹਨਾਂ ਨੂੰ ਗੱਲ ਕੀ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦਾ ਜਿਹੜਾ ਸੀ ਉਹ ਸਾਖਸ਼ਾਤ ਗਿਆਨ ਹੋ ਜਾਏਗਾ। ਪਰ ਉਹ ਤੇ ਪਹਿਲਾਂ ਹੀ ਪਰਮਾਤਮਾ ਮਨੁੱਖ ਦੇ ਵਿੱਚ ਉਹ ਧਰਤੀ ਉੱਤੇ ਉਤਰੇ ਹੋਏ ਸਨ, ਪਰ ਗੁਰ ਮਰਿਆਦਾ ਹਰ ਇੱਕ ਨੇ ਨਿਭਾਈ ਹੈ। ਆਪਾਂ ਪੜ੍ਹਦੇ ਹਾਂ ਰੋਜ਼, ਰਾਮ ਕ੍ਰਿਸ਼ਨ ਸੇ ਕੌਣ ਬੜਾ ਤੈਨੂੰ ਤੋ ਗੁਰ ਕੀਨ, ਕਹਿੰਦੇ ਤੀਨ ਲੋਕ ਕੇ ਵਹਿ ਤਾਂ ਨਹੀਂ ਗੁਰੂ ਆਗੇ ਆਧੀਨ। ਗੁਰੂ ਅੱਗੇ ਸਭ ਅਵਤਾਰ ਵੀ ਨਤਮਸਤਕ ਹੁੰਦੇ ਆਏ। ਤੇ ਮਹਾਰਾਜ ਜੀ ਜਿਹੜੇ ਜਾਣ ਲੱਗੇ ਤੇ ਛੱਡਣ ਨੂੰ, ਉਹਨਾਂ ਦਾ ਵੀ ਜੀ ਨਾ ਕਰੇ ਕਿ ਮੈਂ ਪਹਿਲੀ ਪਾਤਸ਼ਾਹੀ ਮਹਾਰਾਜ ਜੀ ਗੁਰੂ ਜੀ ਮਹਾਰਾਜ ਦੀ ਸੇਵਾ ਵਿੱਚ ਹਾਂ ਤੇ ਸੇਵਾ ਛੱਡ ਕੇ ਨਾ ਜਾਵਾਂ। ਗੁਰੂ ਦੀ ਸੇਵਾ, ਗੁਰ ਕੀ ਸੇਵਾ ਚਾਕਰੀ, ਸੁੱਖੋਂ ਸੇ ਸੁਖਸਾਰ, ਇੱਥੇ ਮਿਲਣ ਵਡਿਆਈਆਂ ਦਰਗੇ ਮੋਖ ਦੁਆਰ। ਗੁਰੂ ਪੰਜਵੀਂ ਪਾਤਸ਼ਾਹੀ ਮਹਾਰਾਜ ਲਿਖਦੇ ਨੇ, ਕਹਿੰਦੇ ਨੇ ਗੁਰੂ ਦੀ ਚਾਕਰੀ ਜਿਹੜੀ ਹੈ, ਗੁਰੂ ਦੀ ਸੇਵਾ ਜਿਹੜੀ ਹੈ, ਜੇ ਮਿਲ ਜਾਵੇ ਜਿਹਨੇ ਕੀਤੀ ਹੈ, ਇੱਥੇ ਵੀ ਸੰਸਾਰ 'ਚ ਉਹਦੀ ਵਾਹ ਵਾਹ ਹੁੰਦੀ ਹੈ, ਅੱਗੇ ਜਾ ਕੇ ਵੀ ਉਹਨੂੰ ਮੋਕਸ਼ ਦਾ ਅਸਥਾਨ ਮਿਲਦਾ ਹੈ। ਪਰ ਅਸੀਂ ਨਹੀਂ ਮੰਨਦੇ ਗੁਰੂ ਦੇ ਵਚਨ। ਸੁਣ ਲਿਆ ਇੱਧਰੋਂ, ਸੁਣ ਲਿਆ ਇੱਧਰੋਂ ਕੱਢ ਦਿੱਤਾ। ਅਸੀਂ ਸੇਵਾ ਤੋਂ ਕੰਨੀ ਕਤਰਾਈ। ਰਾਤ ਨੂੰ ਗੱਲ ਕੀ ਹੈ, ਜੇ ਸਿਮਰਨ 'ਤੇ ਗੱਲ ਕੀ ਬੈਠਣਾ ਹੈ ਤੇ ਅਸੀਂ ਸੰਸਾਰ ਦੀਆਂ ਵਸਤੂਆਂ ਜਿਹੜੀਆਂ ਉਹਨਾਂ ਵਿੱਚ ਧਿਆਨ ਲਾ ਕੇ ਸੌਂ ਜਾਂਦੇ ਹਾਂ। ਜਦੋਂ ਥੱਕ ਜਾਂਦੇ ਹਾਂ, ਅੱਜ ਕੱਲ੍ਹ
ਕਾਹਦਾ ਗੱਲ ਕੀ ਰਿਵਾਜ ਹੈ ਮੋਬਾਈਲਾਂ ਦਾ। ਅਸੀਂ ਰਾਤ ਨੂੰ ਸੌਣ ਲੱਗਦੇ ਤੇ ਮੋਬਾਈਲ ਖੋਲ੍ਹ ਲੈਂਦੇ ਹਾਂ। ਫਿਰ ਕੀ ਹੁੰਦਾ, ਕਈ ਵਾਰੀ ਸਾਡੀ ਨੀਂਦਰ ਮਾਰੀ ਜਾਂਦੀ ਹੈ, ਪਰ ਅਸੀਂ ਫਿਰ ਵੀ ਪਰਵਾਹ ਨਹੀਂ ਕਰਦੇ। ਸਰੀਰ ਨੂੰ ਰੋਗ ਲੱਗ ਜਾਂਦਾ ਹੈ, ਫਿਰ ਵੀ ਪਰਵਾਹ ਨਹੀਂ ਕਰਦੇ। ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਫਿਰ ਵੀ ਪਰਵਾਹ ਨਹੀਂ ਕਰਦੇ। ਪਰ ਹਾਲਾਂ ਇਹ ਚੀਜ਼ ਜਿਹੜੀ ਮਨੋਰੰਜਨ ਵਾਸਤੇ ਹੈ, ਅਸੀਂ ਕੀ ਹੈ ਆਪਣੀ ਆਤਮਾ ਦੇ ਮਨੋਰੰਜਨ ਵਾਸਤੇ ਸਿਮਰਨ ਦੇ ਨਾਲ ਅਸੀਂ ਲਿਵ ਲਾਉਣੇ ਸੀ। ਕੀ ਕਰਨਾ ਸੀ? ਪਿਆਰੀ ਸਾਧ ਸੰਗਤ, ਅਸੀਂ ਸਤਿਗੁਰ ਦਾ ਸਰੂਪ ਧਿਆਨ ਕਰਕੇ ਧਰ ਕੇ ਅਸੀਂ ਸਿਮਰਨ ਕਰਦੇ ਕਰਦੇ ਸੌਣਾ ਸੀ। ਅਸੀਂ ਤੇ ਗੱਲ ਕੀ ਵੀਡੀਓ ਖੋਲ੍ਹ ਲੈਂਦੇ ਹਾਂ। ਅਸੀਂ ਕਈ ਤਰ੍ਹਾਂ ਦੀਆਂ ਗੱਲ ਕੀ ਜਿਹੜੀ ਪਿਕਚਰਾਂ ਵੇਖਦੇ ਵੇਖਦੇ ਗੱਲ ਕੀ ਸਮਝ ਜਾਂਦੇ ਹਾਂ, ਆਪਣਾ ਗੱਲ ਕੀ ਸੌਣਾ ਵਿਗਾੜ ਦਿੰਦੇ ਹਾਂ, ਸਮਾਂ ਵਿਗਾੜ ਦਿੰਦੇ ਹਾਂ, ਜਿਸ ਕਰਕੇ ਅਸੀਂ ਸੰਸਾਰ ਵਿੱਚ ਜੰਮਦੇ ਤੇ ਮਰਦੇ ਹਾਂ। ਜਿਸ ਕਰਕੇ ਸਾਨੂੰ ਮੋਕਸ਼ ਪਦ ਤੱਕ ਸਾਡੇ ਕੋਲ ਜਾਇਆ ਨਹੀਂ ਜਾਂਦਾ। ਕਿਉਂ? ਮਾਇਆ ਦੇ ਵਿੱਚ ਆ ਕੇ ਸਾਡੀਆਂ ਅੱਖਾਂ ਲਲਚਾ ਗਈਆਂ, ਮਾਇਆ ਦੀਆਂ ਆਵਾਜ਼ਾਂ ਕੰਨਾਂ 'ਚ ਪਈਆਂ ਤੇ ਸਾਡੇ ਕੰਨ ਲਲਚਾ ਗਏ, ਸਾਡੀਆਂ ਇੰਦਰੀਆਂ ਲਲਚਾ ਗਈਆਂ। ਇੱਥੇ ਆ ਕੇ ਸਾਡੀ ਜ਼ਿੰਦਗੀ ਬਰਬਾਦ ਹੋ ਗਈ, ਪਰ ਅਸੀਂ ਛੱਡਣ ਨੂੰ ਤਿਆਰ ਨਹੀਂ। ਫਿਰ ਗੁਰੂ ਦਾ ਹੁਕਮ ਕਿੱਥੇ ਗਿਆ? ਹਮੇਸ਼ਾ ਵਾਸਤੇ ਕੀ ਕਰਨਾ ਚਾਹੀਦਾ ਹੈ? ਨਿਤ ਪ੍ਰਤੀ ਜਦੋਂ ਟਾਈਮ ਲੱਗੇ, ਜਦੋਂ ਯਾਦ ਆ ਜਾਵੇ, ਉਸ ਵੇਲੇ ਕੀ ਕਰਨਾ ਚਾਹੀਦਾ ਹੈ? ਸਤਿਗੁਰ ਦੀ ਮੂਰਤੀ ਦਾ ਧਿਆਨ ਕਰਨਾ ਚਾਹੀਦਾ ਹੈ। ਸਤਿਗੁਰ ਨੇ ਸਾਡੇ 'ਤੇ ਬੜੀ ਮਿਹਰ ਕੀਤੀ। ਸਾਨੂੰ ਕਿਹੜਾ ਗਿਆਨ ਦਿੱਤਾ? ਜਿੱਥੇ ਜ਼ੋਰ ਨਹੀਂ ਲੱਗਦਾ, ਸਵਾਸਾਂ ਦਾ ਸਿਮਰਨ ਹੈ, ਅਜੱਪਾ ਜਾਪ ਹੈ। ਇੱਕ ਜਪਣਾ ਪੈਂਦਾ ਏ, ਅਜੱਪਾ ਕਦੇ ਜਿਹੜਾ ਆਪਣੇ ਆਪ ਜਪਿਆ ਜਾਏ ਧੱਕੇ ਨਾਲ ਹੀ। ਕਿੱਥੋਂ ਪ੍ਰਾਪਤ ਹੋਇਆ? ਅਜੱਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ, ਅਜੱਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ। ਜਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ, ਜਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ। ਜਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ, ਜਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ। ਜਪਾ ਜਾਪਦਾ ਗੁਰਾਂ ਨੇ ਧਿਆਨ ਕੀਤਾ, ਜਪਾ ਜਾਪਦਾ ਗੁਰਾਂ ਨੇ ਧਿਆਨ ਕੀਤਾ। ਅੰਦਰ ਗਿਆਨ ਦਾ ਚਿਰਾਗ ਜਗਾਇਆ ਏ, ਅੰਦਰ ਗਿਆਨ ਦਾ ਚਿਰਾਗ ਜਗਾਇਆ ਏ। ਅੰਦਰ ਗਿਆਨ ਦਾ ਚਿਰਾਗ ਜਲਾਇਆ ਏ, ਅੰਦਰ ਗਿਆਨ ਦਾ ਚਿਰਾਗ ਜਲਾਇਆ ਏ। ਅੰਦਰ ਗਿਆਨ ਦਾ ਚਿਰਾਗ ਜਗਾਇਆ ਏ, ਅੰਦਰ ਗਿਆਨ ਦਾ ਚਿਰਾਗ ਜਗਾਇਆ ਏ। ਅੰਦਰ ਗਿਆਨ ਦਾ ਚਿਰਾਗ ਜਲਾਇਆ ਏ, ਅੰਦਰ ਗਿਆਨ ਦਾ ਚਿਰਾਗ ਜਲਾਇਆ ਏ। ਕਲਾ ਕਲਪਨਾ ਦਾ ਜਗਤ ਤਿਆਰ ਹੋਇਆ, ਕਲਾ ਕਲਪਨਾ ਦਾ ਜਗਤ ਤਿਆਰ ਹੋਇਆ। ਕਲਾ ਕਲਪਨਾ ਦਾ ਜਗਤ ਤਿਆਰ ਹੋਇਆ, ਕਲਾ ਕਲਪਨਾ ਦਾ ਜਗਤ ਤਿਆਰ ਹੋਇਆ। ਕਲਾ ਕਲਪਨਾ ਦਾ ਜਗਤ ਤਿਆਰ ਹੋਇਆ, ਕਲਾ ਕਲਪਨਾ ਦਾ ਜਗਤ ਤਿਆਰ ਹੋਇਆ। ਕਲਾ ਕਲਪਨਾ ਦਾ ਜਗਤ ਤਿਆਰ ਹੋਇਆ, ਕਲਾ ਕਲਪਨਾ ਦਾ ਜਗਤ ਤਿਆਰ ਹੋਇਆ। ਪਿਆਰੀ ਸਾਧ ਸੰਗਤ, ਕਲਾ ਕਲਪਨਾ 'ਚ ਫਸੇ ਰਹੇ, ਕਲਾ ਕਲਪਨਾ 'ਚ ਫਸੇ ਆ। ਦਿਨ ਰਾਤ ਵੀ, ਰਾਤ ਨੂੰ ਵੀ ਸੋਚਦੇ ਹਾਂ, ਦਿਨੇ ਵੀ ਸੋਚਦੇ ਹਾਂ, ਪਰ ਗੁਰੂ ਦੇ ਸ਼ਬਦ ਨੂੰ ਭੁੱਲ ਗਏ। ਕਿਉਂ? ਗੁਰੂ ਨੇ ਲੰਘਣ ਵਾਸਤੇ ਸਾਨੂੰ ਜਹਾਜ਼ ਦਿੱਤਾ ਸੀ। ਉਹ ਕਿਹੜਾ ਹੈ? ਆਪਾਂ ਕਈ ਵਾਰੀ ਬੋਲਦੇ ਹਾਂ ਨਾ, ਨਾਨਕ ਨਾਮ ਜਹਾਜ਼ ਹੈ। ਉਹ ਕਿੱਥੇ ਗਿਆ ਜਹਾਜ਼? ਸਿਰਫ ਸਾਡੇ ਕੰਨਾਂ ਦੇ ਵਿੱਚ ਫੂਕ ਦਿੱਤਾ ਗੁਰੂ ਸਾਹਿਬਾਂ ਨੇ, ਬਸ ਜੀ ਪਾਰ ਹੋ ਜਾਵਾਂਗੇ। ਮੈਂ ਕਈ ਵਾਰੀ ਮਿਸਾਲ ਦਿੰਦਾ ਹਾਂ,
ਟਿਕਟ ਲੈ ਕੇ ਅਸੀਂ ਸਟੇਸ਼ਨ 'ਤੇ ਬੈਠੇ ਰਹੀਏ। ਗੱਡੀ ਆਈ ਹੈ ਪਲੇਟਫਾਰਮ ਦੇ ਉੱਤੇ, ਉਹ ਆਪਣਾ ਸਮਾਂ ਪਾ ਕੇ ਜਿੰਨਾ ਚਿਰ ਖਲੋਣਾ ਸੀ ਖਲੋ ਕੇ ਤੁਰ ਗਈ। ਅਸੀਂ ਗੱਡੀ ਵੱਲ ਝਾਕਦੇ ਰਹੇ, ਅਸੀਂ ਸਵਾਰ ਨਹੀਂ ਹੋਏ। ਹੁਣ ਤੁਸੀਂ ਵਿਚਾਰ ਕਰੋ, ਟਿਕਟ ਸਾਡੇ ਜੇਬੇ 'ਚ ਪਈ ਹੋਈ ਹੈ, ਕਿਆ ਉੱਥੇ ਪਲੇਟਫਾਰਮ 'ਤੇ ਬੈਠਿਆਂ ਸਾਡਾ ਰਸਤਾ ਜਿਹੜਾ ਹੈ, ਸਾਨੂੰ ਮੰਜ਼ਿਲ ਮਿਲ ਜਾਏਗੀ? ਅਸੀਂ ਉੱਥੇ ਦੇ ਉੱਥੇ ਬੈਠੇ ਰਹਾਂਗੇ। ਉਹ ਹਾਲ ਸਾਡੇ ਨਾਲ ਹੋ ਰਿਹਾ ਹੈ। ਅਸੀਂ ਇਸ ਸਟੇਜ ਨੂੰ ਪਾਰ ਕਰਨਾ ਹੈ। ਕੀ ਕਰਨਾ ਹੈ? ਹਿੰਮਤ ਮਾਰਨੀ ਹੈ। ਜਿਵੇਂ ਮਾਇਆ ਵਾਸਤੇ ਅਸੀਂ ਗੱਲ ਕੀ ਨਸ ਭੱਜ ਕਰਦੇ ਹਾਂ, ਅਤੇ ਅਸੀਂ ਸ਼ਬਦ ਦੀ ਆਰਾਧਨਾ ਵਾਸਤੇ, ਸਤਿਗੁਰੂ ਨੂੰ ਦਾ ਅੰਦਰ ਧਿਆਨ ਜਮਾਉਣ ਵਾਸਤੇ ਅਸੀਂ ਕੀ ਕਰਨਾ ਹੈ? ਆਪਣੇ ਮਨ ਨੂੰ ਬਾਰ-ਬਾਰ ਘੇਰ ਕੇ ਸੰਸਾਰ ਵਿੱਚੋਂ ਅਸੀਂ ਗੱਲ ਕੀ ਅੱਖਾਂ ਦੇ ਪਿੱਛੇ ਇਕੱਠਿਆਂ ਕਰਨਾ। ਅੱਖਾਂ ਦੇ ਪਿੱਛੇ ਗੱਲ ਕੀ ਕਰਨਾ? ਗੁਰੂ ਦਾ ਸਰੂਪ ਲੈ ਕੇ ਜਾਣਾ ਹੈ। ਇਹਨਾਂ ਅੱਖਾਂ ਦੇ ਪਿੱਛੇ ਗੁਰੂ ਦੇ ਸਰੂਪ ਨੂੰ ਖਿਲਾਰਨਾ ਹੈ। ਸਤਿਗੁਰੂ ਸਰੂਪ ਦਾ ਧਿਆਨ ਧਰੀਏ। ਕਿੰਨੇ? ਰੂਪ ਆਪਣਾ ਜਿੰਨਾ ਦਰਸਾਇਆ ਹੈ, ਜਿਹੜਾ ਸੰਸਾਰ 'ਚ ਆ ਕੇ ਕੰਨੋਂ ਪਕੜ ਕੇ ਕਹਿੰਦਾ ਆ ਪਈ। ਹੁਣ ਨੰਗਲੀ ਵਾਲੇ ਮਹਾਰਾਜ ਜੀ ਜਿਹੜੇ ਸਨ, ਉਹ ਆਗਰੇ ਤਪੱਸਿਆ ਦੇ ਉੱਤੇ ਕੀ ਹੈ ਬੈਠ ਗਏ ਨੇ। ਜਿਸ ਲਈ ਬੈਠ ਗਏ, ਚੱਲ ਕੇ ਤੇ ਬੈਠ ਗਏ, ਪਰ ਦੋਨਾਂ ਦੇ ਦਿਲਾਂ ਵਿੱਚ, ਅੱਖਾਂ ਦੇ ਵਿੱਚ ਆਂਸੂ ਆ ਗਏ। ਨਾ ਤੇ ਗੁਰੂ ਛੱਡਣਾ ਚਾਹੁੰਦਾ ਹੈ, ਨਾ ਸੇਵਕ ਛੱਡਣਾ ਚਾਹੁੰਦਾ ਹੈ। ਸੇਵਕ ਚਾਹੁੰਦਾ ਹੈ ਕਿ ਮੈਂ ਗੁਰੂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਾਂ, ਔਰ ਗੁਰੂ ਕਹਿੰਦਾ ਹੈ ਕਿ ਇਹ ਸੇਵਕ ਮੈਨੂੰ ਬੜਾ ਪਿਆਰਾ, ਮੇਰੀਆਂ ਅੱਖਾਂ ਤੋਂ ਓਲੇ ਨਾ ਹੋਵੇ। ਪਰ ਇੱਕ ਮਜਬੂਰੀ ਹੈ, ਸੰਸਾਰ ਵਿੱਚ ਇੱਕ ਮਿਸਾਲ ਕਾਇਮ ਕਰਨੀ ਸੀ ਭਗਤੀ ਦੀ। ਪੁੱਤਰ ਨਾਲ ਕਿੰਨਾ ਪਿਆਰ ਹੁੰਦਾ ਹੈ, ਫਿਰ ਵੀ ਅਸੀਂ ਕੀ ਕਰਨੇ ਆ? ਅਸੀਂ ਬੱਚੇ ਨੂੰ ਅਸੀਂ ਸਕੂਲ ਭੇਜਨੇ ਆ, ਉਹ ਸਾਡੀਆਂ ਅੱਖਾਂ ਤੋਂ ਦੂਰ ਰਹਿੰਦਾ, ਭਾਵੇਂ ਕਿੰਨਾ ਵੀ ਧਿਆਨ ਹੋਵੇ, ਅਸੀਂ ਕੰਮ ਘਰ ਕਰੀਏ, ਪਰ ਕੀ ਹੈ ਸਾਡਾ ਧਿਆਨ ਬਾਰ-ਬਾਰ ਬੱਚੇ ਜਾਂਦਾ। ਹੁਣ ਅੱਧੀ ਛੁੱਟੀ ਹੋ ਗਈ ਹੋਣੀ ਹੈ, ਹੁਣ ਉਹਨੇ ਗੱਲ ਕੀ ਨਾਸ਼ਤਾ ਰੋਟੀ ਖਾਧੀ ਹੋਵੇਗੀ, ਨਾਸ਼ਤਾ ਕਰ ਲਿਆ ਹੋਵੇਗਾ, ਹੁਣ ਪੂਰੀ ਛੁੱਟੀ ਹੋਣ ਵਾਲੀ ਹੈ, ਉਹ ਆਉਣ ਵਾਲਾ ਕਿਤੇ ਆਉਂਦਾ ਹੋਵੇਗਾ। ਗੁਰੂ ਵੀ ਇਹੋ ਸੋਚਦਾ ਹੈ, ਮੈਂ ਆਪਣੇ ਸੇਵਕ ਨੂੰ ਸੰਸਾਰ ਵਿੱਚ ਕੁਛ ਐਸੀ ਮੰਜ਼ਿਲ 'ਤੇ ਪਹੁੰਚਾ ਜਾਵਾਂ ਜਿੱਥੋਂ ਗੱਲ ਕੀ ਦੁਨੀਆ ਵਾਲੇ ਸਿੱਖਿਆ ਲੈ ਕੇ ਸੰਸਾਰ ਸਾਗਰ ਨੂੰ ਤਰ ਜਾਣ। ਸੰਸਾਰ 'ਚ ਗੁਰੂ ਦਾ ਵੀ ਆਉਣਾ ਸਫਲ ਹੁੰਦਾ ਹੈ। ਤਾਂ ਹੀ ਇਸੇ ਕਰਕੇ ਗੁਰੂ ਕੀ ਕਰਦਾ ਹੈ? ਗੁਰੂ ਤਰਾਸ਼ਦਾ ਫਿਰਦਾ ਹੈ, ਗੁਰੂ ਲੱਭਦਾ ਫਿਰਦਾ ਹੈ। ਮੈਂ ਕੋਈ ਐਸਾ ਹੀਰਾ ਲੱਭਾਂ, ਐਸਾ ਕੋਈ ਨਗ ਲੱਭਾਂ ਜਿਹੜਾ ਸੰਸਾਰ ਵਿੱਚ ਕੀ ਹੈ ਉਹ ਸਾਰਿਆਂ ਨੂੰ ਵੱਖਰਾ ਨਜ਼ਰ ਆਵੇ। ਉਹ ਕੀ ਕੀਤਾ? ਉਹ ਕੌਣ ਲੱਭਿਆ? ਸਵਾਮੀ ਸਰੂਪਾਨੰਦ ਮਹਾਰਾਜ ਜੀ ਨੰਗਲੀ ਵਾਲੇ। ਜਿਸਲੇ ਜਾਣ ਲੱਗੇ ਤੇ ਉਧਰੋਂ ਮਹਾਰਾਜ ਜੀ ਦੇ ਜਾਣ ਨੂੰ ਜੀ ਨਾ ਕਰੇ ਨੰਗਲੀ ਵਾਲੇ ਦਾ, ਤੇ ਉਧਰੋਂ ਗੱਲ ਕੀ ਮਹਾਰਾਜ ਦੀਆਂ ਅੱਖਾਂ ਜਿਹੜੀਆਂ ਪਹਿਲੀ ਪਾਤਸ਼ਾਹੀ ਮਹਾਰਾਜ ਦੀਆਂ, ਉਹ ਵੀ ਉਹਨਾਂ ਵਿੱਚ ਵੀ ਨੈਣਾਂ ਵਿੱਚ ਪਾਣੀ ਛਲਕਣ ਲੱਗ ਪਿਆ। ਕਿੰਨਾ ਪਿਆਰ ਹੋਵੇਗਾ ਸੇਵਕ ਦੇ ਨਾਲ ਗੁਰੂ ਦਾ, ਪਰ ਫਿਰ ਵੀ ਉਹਨੂੰ ਭੇਜ ਰਹੇ ਨੇ। ਮਜਬੂਰੀ ਹੈ ਕਿ ਮੇਰਾ ਸੇਵਕ ਕੱਚਾ ਨਾ ਰਹਿ ਜਾਵੇ। ਤਦੇ ਤੇ ਗੱਲ ਕੀ ਕਬੀਰ ਸਾਹਿਬ ਨੇ ਇੱਥੇ ਕਿਹਾ, ਇੱਥੇ ਕਬੀਰ ਸਾਹਿਬ ਕੀ ਲਿਖਦੇ ਨੇ? ਕਹਿੰਦੇ ਨੇ ਗੁਰੂ ਘੁਮਿਆਰ ਸ਼ਿਸ਼ ਕੁੰਭ ਘੜ ਘੜ ਕੱਢੇ ਖੋਟ, ਅੰਦਰ ਸਹਾਰਾ ਹੱਥ ਦਾ ਬਾਹਰੋਂ ਮਾਰਦਾ ਹੀ ਚੋਟ। ਗੁਰੂ ਘੁਮਿਆਰ ਦੀ ਨਿਆਈ ਹੈ। ਉਹ ਕੁੱਟ ਕੁੱਟ ਕੇ ਗੱਲ ਕੀ ਮਿੱਟੀ ਨੂੰ ਉਹਦਾ ਘੜਾ ਬਣਾ ਦਿੰਦਾ ਹੈ, ਮੱਟ ਬਣਾ ਦਿੰਦਾ ਹੈ, ਚਾਟੀ ਬਣਾ ਦਿੰਦਾ ਹੈ। ਗੱਲ ਕੀ ਉਹਨੂੰ ਗੱਲ ਕੀ ਬੜਾ ਸੁੰਦਰ ਇੱਕ ਗੱਲ ਕੀ ਹੈ, ਇੱਕ ਬਰਤਨ ਦਾ ਰੂਪ ਦਿੰਦਾ ਹੈ ਜਿਹੜਾ ਕਿਸੇ ਕੰਮ ਆ ਸਕੇ। ਹੁਣ ਗੁਰੂ ਜਿਹੜਾ ਹੈ ਉਹ ਜਿਸ ਵੇਲੇ ਗੁਰੂ ਮਹਾਰਾਜ ਜਾਣ ਲੱਗੇ, ਡੰਡੌਤ ਕੀਤੀ, ਜਾਣ ਲੱਗੇ ਤੇ ਉਹਨਾਂ ਪਤਾ ਕੀ ਕੀਤਾ? ਮਹਾਰਾਜ ਜੀ ਪਹਿਲੀ ਪਾਤਸ਼ਾਹੀ ਕੋਲ ਰਿਹਾ ਨਹੀਂ ਗਿਆ, ਤੇ ਨੰਗਲੀ ਵਾਲੇ ਮਹਾਰਾਜ ਦਾ ਚੋਲਾ ਪਕੜ ਕੇ ਨਾ ਉਹਨਾਂ ਫੜ ਲਿਆ, ਤੇ ਕੀ ਮਜ਼ਾਕ ਵਿੱਚ ਕਿਹਾ, ਰਾਧਾ ਪਿਆਰੀ ਤੂੰ ਜਾ ਨਹੀਂ ਪਾਏਂਗੀ। ਇੱਥੇ ਭਗਵਾਨ ਕ੍ਰਿਸ਼ਨ ਦਾ ਤੇ ਰਾਧੇ ਦਾ ਪ੍ਰਸੰਗ ਹੁੰਦਾ ਵਿੱਚ, ਕਿ ਰਾਧਾ ਤੇ ਕ੍ਰਿਸ਼ਨ ਦਾ ਕਿੰਨਾ ਪਿਆਰ ਸੀ। ਜੇ ਰਾਧਾ ਦਾ ਭਗਵਾਨ ਕ੍ਰਿਸ਼ਨ ਨਾਲ ਪਿਆਰ ਸੀ, ਤੇ ਭਗਵਾਨ ਕ੍ਰਿਸ਼ਨ ਦਾ ਗੱਲ ਕੀ ਰਾਧਾ ਨਾਲ ਕਿੰਨਾ ਪਿਆਰ ਸੀ। ਅਸੀਂ ਕਹਿੰਦੇ ਅਸੀਂ ਗੁਰੂ ਨਾਲ ਪਿਆਰ ਕਰਨੇ ਆ, ਨਹੀਂ, ਉਹ ਗੁਰੂ ਤੇ ਸਾਡੇ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ। ਅਸੀਂ ਤੇ ਪਿਆਰ ਕਰਦੇ ਹੀ ਨਹੀਂ ਗੁਰੂ ਨਾਲ, ਗੁਰੂ ਸਾਡੇ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ। ਨਤੀਜਾ ਕੀ ਨਿਕਲਿਆ? ਪਰ ਮਹਾਰਾਜ ਜੀ ਬੋਲੇ ਨਹੀਂ, ਨੈਣਾਂ ਵਿੱਚ ਛਲਕਦੇ ਨੈਣ ਲੈ ਕੇ ਤੇ ਮਹਾਰਾਜ ਜੀ ਪ੍ਰਣਾਮ ਕਰਕੇ ਤੇ ਨਿਕਲ ਪਏ, ਗੱਡੀ ਪਕੜ ਲਈ।
आगरे दी। चले गए, जाके की कीता वेख्या है तो की कीता एक निम के थले महाराज जी बैठ जाते हैं। आसन जमा लिया, कुछ खाण वास्ते गल की कुछ दिल किया है तो निम के पत्ते तोड़ के की कीता कि उन्होंने की कीता एक कुजे च पा के उबाल दिते ते ओही पानी कोक रख लिया, ओही पत्ते खाते रहे। दुनिया के स्वादों विचों निकलना है। महाराज जी बाणी विच लिखते हैं, वो रस आवे ये संसार का इंद्रियां का रस फिर नहीं भावे। वो रस आवे ये रस नहीं भावे दुनिया का, उस रस नूं लभना है। महाराज जी तपस्या ते बैठे ने, कुछ समय बाद महाराज ने पिछों की होया, पहली पातशाही महाराज दा सज्जा पासा सी उन्होंने फाल का रोग हो गया, भाव वो डैड हो गया, जिन्हों कहते हैं कि पासा मारिया गया। पासा मारिया गया तो इन्नी तकलीफ के विच भी ते पहली पातशाही महाराज के अंदर की गल की गुजरिया, तकरीबन 8 महीने बाद की गुजरिया। कहते हैं कि साडा दिल करता एक बार आगरे चलीए, असी उत्थे बाबा स्वरूपानंद जी बैठे हैं। सेवक के पासे ध्यान गया कि सेवक बैठा है, कुछ करता भी है, कुछ देखण जाचण गए, कुछ अंदर जो समझाउणा सी रह गया, बाकी वो समझाउण चले गए। जिसले उत्थे चले जाते ने महाराज जी जाके की कीता, उत्थे उन्होंने समझाया है ते उन्होंने की कीता कि दोनों की कभी गुफा दे विच गुफा पुट लई, गुफा दे विच 6 फुट गुफा पुट्टी, वध नहीं पुट्टी 6 ते महाराज जी 6 फुट के थे सन, जिन्ना अपना शरीर सी उन्नी गुफा पुट्टी है। उच्ची भी घट है, चौड़ी भी 4 फुट है, ज़्यादा चौड़ी नहीं है। कई बार असी की करते हैं, दुनिया नाल धोखा करने की कोशिश करते हैं, अज आम करके थले भोरे पुट लेने बड़े बड़े उच्चे, दुनिया को कहते तप करन दे हैं, अंदर अंदर बह के भावें गल की वो की है, वो जुबान के स्वादों फसे होण। नहीं प्यारी साध संगत, असी दुनिया को धोखा तो दे सकते हैं पर परमात्मा को धोखा नहीं दे सकते। कबीर जी कहते हैं, दुनिया ते पतिया लई किवें राम नू पतियावेंगा, 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 नाही राम अजाना 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 किवें राम नू पतियावेंगा, लोकपति ने कछु ना होवे नाही राम अजाना। उत्थों महाराज जी ने की कीता, महाराज जी उन्होंने छड्ड के की कीता, कित्थे आ गए, जयपुर आ गए, चले गए। जयपुर के जिहड़े सेवादार सन उन्होंने की कीता, महाराज जी नूं याद किया, सोचा कोई सेवा कर लीए। महाराज जी जयपुर कुछ रहे जिसले ते 8 महीने बाद गल की कीता, महाराज जी तपस्या दे बैठिया बैठिया अंदर सतगुर दे विरह दी जी तांग सी वो पैदा हो गई कि दीदार करन जी करता है, सतगुर का दर्शन करिए। ये भी विचार की कि जो सुख सतगुर की सेवा विच तपस्या विच नहीं है,
ਪਿਆਰੀ ਸਾਧ ਸੰਗਤ, ਗੁਰੂ ਦਾ ਵਚਨ ਮੰਨਣਾ ਜਿਹੜਾ ਹੈ ਬੜਾ ਔਖਾ ਹੈ। ਇਹ ਤੇ ਆਪਣੇ ਮਨ ਦੀ ਗੱਲ ਸੀ। ਉੱਥੋਂ ਚੱਲੇ ਜੈਪੁਰ ਪਹੁੰਚੇ ਨੇ। ਜੈਪੁਰ ਪਹੁੰਚ ਕੇ ਗੱਲ ਕੀ, ਮਹਾਰਾਜ ਨੂੰ ਪਤਾ ਲੱਗਾ ਮਾਰੀ ਕਿਹਦੇ ਘਰ ਨੇ। ਉੱਥੇ ਜਾ ਕੇ ਉਹਨਾਂ ਕੀ ਕੀਤਾ ਕਿ ਜਿਸ ਲਈ ਜਾ ਕੇ ਡੰਡੌਤ ਕੀਤੀ, ਜਿਸ ਲਈ ਡੰਡੌਤ ਕੀਤੀ ਗੁਰੂ ਮਹਾਰਾਜ ਚਰਨਾਂ ਵਿੱਚ, ਤੇ ਮਹਾਰਾਜ ਨੇ ਵੇਖਿਆ ਸੇਵਾਦਾਰ ਦੀ ਵੀ ਲੋੜ ਹੈ, ਪਰ ਆਪਣੇ ਸਰੀਰ ਵਾਸਤੇ ਉਹਨਾਂ ਨੇ ਨਹੀਂ ਸੋਚਿਆ। ਜਿਉਂ ਹੀ ਗੱਲ ਕਿ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਾਬਾ ਸਰੂਪਾਨੰਦ ਜੀ ਆਗਰੇ ਤੋਂ ਤਪੱਸਿਆ ਛੱਡ ਕੇ ਆ ਗਏ ਨੇ, ਉਸੇ ਵੇਲੇ ਉਹਨਾਂ ਹੁਕਮ ਕੀਤਾ, ਕਹਿੰਦੇ ਨੇ ਅਭੀ ਵਾਪਸ ਚਲੇ ਜਾਓ ਭਾਈ, ਛੇਤੀ ਕਰੋ, ਲੌਟ ਜਾਓ ਪਿੱਛੇ। ਗੁਰੂ ਮਹਾਰਾਜ ਉੱਠ ਕੇ ਤੇ ਕੀ ਕੀਤਾ ਕਿ ਹੱਕੇ ਬੱਕੇ ਰਹਿ ਗਏ ਨੰਗਲੀ ਵਾਲੇ। ਮੈਂ ਲੱਗਾ ਦੱਸਣ ਕਿ ਗੁਰੂ ਦੇ ਵਚਨ ਨੂੰ ਕਿੱਦਾਂ ਮੰਨਣਾ ਹੈ। ਅਜੇ ਉਹਨਾਂ ਕੋਈ ਪਾਣੀ ਨਹੀਂ ਪੀਤਾ, ਕੋਈ ਖਾਣਾ ਨਹੀਂ ਖਾਧਾ, ਭੁੱਖਾ ਪੇਟ ਹੈ। ਤੇ ਕੀ ਹੈ ਕਿ ਮਹਾਰਾਜ ਜੀ ਨੂੰ ਗੱਲ ਕੀ ਹੁਕਮ ਕੀਤਾ ਗੁਰੂ ਮਹਾਰਾਜ ਨੇ, ਪਹਿਲੀ ਪਾਤਸ਼ਾਹੀ ਨੇ, ਕਹਿੰਦੇ ਛੇਤੀ ਵਾਪਸ ਨਿਕਲ ਜਾਓ, ਖਲੋਣਾ ਨਹੀਂ, ਇੱਥੇ ਬਹਿਣਾ ਨਹੀਂ ਹੈਗਾ। ਇੱਕ ਸੇਵਕ ਦੂਰੋਂ ਚੱਲ ਕੇ ਆਇਆ ਤੇ ਮਹਾਰਾਜ ਹੁਕਮ ਕਰ ਰਹੇ ਨੇ ਕਿ ਚੱਲ ਨਿਕਲ ਜਾ। ਇਹਦਾ ਅਰਥ ਇਹੋ ਹੀ ਹੈ ਨਾ ਪੰਜਾਬੀ 'ਚ। ਹੁਣ ਉੱਥੇ ਕੀ ਕੀਤਾ ਮਹਾਰਾਜ ਦੇ ਨੈਣਾਂ ਵਿੱਚੋਂ, ਪਹਿਲੀ ਜਿਹੜੀ ਦੂਸਰੀ ਪਾਤਸ਼ਾਹੀ ਮਹਾਰਾਜ ਨੈਣਾਂ ਵਿੱਚੋਂ ਕੀ ਕੀਤਾ, ਨੰਗਲੀ ਵਾਲੇ ਮਹਾਂਪ੍ਰਭੂ ਦੀ ਅੱਖਾਂ ਵਿੱਚੋਂ ਪਾਣੀ ਜਿਹੜਾ ਸੀ ਉਹ ਛਲਕ ਗਿਆ, ਪਰ ਬੋਲੇ ਕੁਛ ਨਹੀਂ। ਫਿਰ ਉਹਨਾਂ ਨੇ ਜਾਣ ਲੱਗਿਆ ਫਿਰ ਡੰਡੌਤ ਕੀਤੀ। ਡੰਡੌਤ ਕਰਕੇ ਫਿਰ ਕੀ ਕੀਤਾ, ਵਾਪਸ ਤੁਰ ਗਏ। ਜੈਪੁਰ ਦੇ ਸ਼ਹਿਰ ਨੂੰ ਕ੍ਰਾਸ ਕਰਦੇ ਜਾ ਰਹੇ ਨੇ, ਤੁਰੇ ਜਾ ਰਹੇ ਨੇ। ਮਨ ਗਮਗੀਨ ਹੈ ਕਿ ਮੈਂ ਤਾਂ ਸੇਵਾ ਵਾਸਤੇ ਆਇਆ ਸੀ, ਮਹਾਰਾਜ ਜੀ ਮੌਜ ਹੋਰ ਕੁਛ ਹੋਇਆ। ਮਹਾਰਾਜ ਜੀ ਕੁਛ ਹੋਰ ਮੌਜ ਵਿੱਚ ਸਨ, ਵਾਕਿਆ ਹੀ ਹੋਰ ਮੌਜ ਵਿੱਚ ਸਨ। ਇਹ ਸੇਵਕ ਹੀ ਜਾਣ ਗਿਆ, ਪਰ ਸੇਵਕ ਵੀ ਕਿਹੜਾ ਜਾਣਿਆ, ਜਿਹੜਾ ਪਾਰ ਬ੍ਰਹਮ ਪਰਮੇਸ਼ਰ ਧਰਤੀ ਉੱਤੇ ਉਤਰਿਆ ਹੋਇਆ ਸੀ, ਜਿਨ੍ਹਾਂ ਨੇ ਬਚਪਨ 'ਚ ਆ ਕੇ ਲੀਲਾ ਕੀਤੀਆਂ ਨੇ, ਉਹ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸਨ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਸੰਸਾਰ 'ਚ ਦੱਸਿਆ ਕਿ ਜੇ ਗੁਰੂ ਜੀ ਦਾ ਵਚਨ ਮੰਨਣਾ ਹੈ ਕਿਸ ਤਰੀਕੇ ਨਾਲ ਮੰਨਣਾ ਹੈ। ਉੱਥੇ 7 ਵਚਨ ਕਹਿ ਕੇ ਗੱਲ ਕੀ, ਮਹਾਰਾਜ ਨੂੰ ਨਮਸਕਾਰ ਕਰਕੇ ਚੱਲ ਪਏ। ਅੱਗੋਂ ਤੁਰੇ ਜਾਂਦੇ ਨੇ, ਅੱਗੇ ਮਹਾਰਾਜ ਦੇ ਸੇਵਕ ਪਰਮਹੰਸ ਮਹਾਰਾਜ ਦਾ ਗੱਲ ਕੀ ਪਤਾ ਲੈਣ ਵਾਸਤੇ, ਹਾਲ ਚਾਲ ਪੁੱਛਣ ਵਾਸਤੇ। ਉਹਨਾਂ ਦਾ ਸੇਵਕ ਇੱਕ ਜਗਨਨਾਥ ਹੋਇਆ ਹੈ, ਉਹ ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ। ਤੇ ਜਿਹੜੇ ਦੂਰੋਂ ਵੇਖਿਆ ਬਾਬਾ ਸਰੂਪਾਨੰਦ ਜੀ ਆ ਰਹੇ ਨੇ, ਬੜੀ ਖੁਸ਼ੀ ਹੋਈ। ਲਾਗੇ ਆ ਕੇ ਉਹਨਾਂ ਕੀ ਕੀਤਾ, ਉਹਨਾਂ ਨੂੰ ਨਮਸਕਾਰ ਵੀ ਕੀਤੀ, ਮਹਾਰਾਜ ਨੂੰ ਨਮਸਕਾਰ ਕੀਤੀ, ਬਾਬਾ ਸਰੂਪਾਨੰਦ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਕਹਿੰਦੇ ਨੇ ਆਓ ਮਹਾਰਾਜ ਘਰ ਨੂੰ ਚੱਲੀਏ। ਘਰ ਜਾ ਕੇ ਭੋਜਨ ਤਿਆਰ ਕਰਵਾਇਆ ਹੈ। ਭੋਜਨ ਤਿਆਰ ਕਰਵਾ ਕੇ ਤੇ ਕੀ ਕੀਤਾ ਹੈ ਕਿ ਉਹ ਆਪ ਆਪਣੇ ਲੜਕੇ ਨੂੰ ਕਹਿ ਦਿੱਤਾ, ਬਾਬਾ ਜੀ ਜੇ ਭੋਜਨ ਕਰ ਲੈਂਦੇ ਨੇ, ਇਹਨਾਂ ਨੂੰ ਆਗਰੇ ਦੀ ਗੱਡੀ ਜਿਹੜੀ ਹੈ ਉੱਥੇ ਚੜ੍ਹਾਉਣਾ ਤੁਸੀਂ। ਆਪ ਫਿਰ ਜਗਨਨਾਥ ਜੀ ਜਿਹੜੇ ਸਨ, ਉਹ ਮਹਾਰਾਜ ਜੀ ਜਿਹੜੇ ਨੰਗਲੀ ਵਾਲੇ ਬਾਬਾ ਮਹਾਰਾਜ ਪਰਮਹੰਸ ਦਿਆਲ ਮਹਾਰਾਜ ਜੀ ਪਹਿਲੀ ਪਾਤਸ਼ਾਹੀ, ਉਹਨਾਂ ਦੇ ਚਰਨਾਂ ਵਿੱਚ ਪਹੁੰਚੇ। ਜਾ ਕੇ ਨਮਸਕਾਰ ਕੀਤੀ। ਨਮਸਕਾਰ ਕੀਤੀ ਤੇ ਨਾਲ ਹੀ ਗੱਲ ਚੱਲ ਪਈ। ਕਹਿੰਦੇ ਬਾਬਾ ਸਰੂਪਾਨੰਦ ਜੀ ਮੈਨੂੰ ਰਸਤੇ 'ਚ ਮਿਲੇ ਸਨ, ਬਾਬਾ ਸਰੂਪਾਨੰਦ ਜੀ ਮੈਨੂੰ ਰਸਤੇ 'ਚ ਮਿਲੇ ਸਨ। ਮਹਾਰਾਜ ਜੀ ਉਹਨਾਂ ਨੂੰ ਮੈਂ ਘਰ ਲੈ ਗਿਆ ਸੀ। ਘਰ ਜਾ ਕੇ ਭੋਜਨ ਕਰਾਇਆ ਏ ਤੇ ਮੈਂ ਕਿਹਾ ਮਹਾਰਾਜ ਜੀ ਮੈਂ ਆਪਣੇ ਲੜਕੇ ਦੀ ਡਿਊਟੀ ਲਾਇਆ ਸੀ ਵੀ ਇਹਨਾਂ ਨੂੰ ਜਾਓ ਜਾ ਕੇ ਆਗਰੇ ਦੀ ਗੱਡੀ ਚੜ੍ਹਾ ਦਿਓ। ਤੇ ਪਰਮਹੰਸ ਮਹਾਰਾਜ ਜੀ ਜਿਹੜੇ ਸਨ ਉਹ ਸੁਣ ਕੇ ਤੇ ਮਹਾਰਾਜ ਜੀ ਅੱਖਾਂ 'ਚੋਂ ਪਾਣੀ ਨਿਕਲ ਆਇਆ, ਛਲਕਿਆ। ਕਹਿੰਦੇ ਭੋਜਨ ਕਰਾਇਆ? ਕਹਿੰਦੇ ਹਾਂਜੀ ਮਹਾਰਾਜ ਭੋਜਨ ਕਰਾਇਆ। ਕਹਿੰਦੇ ਬਹੁਤ ਚੰਗਾ ਕੀਤਾ ਜੀ। ਕਹਿੰਦਾ ਇੱਥੇ ਤੇ ਜਿਹੜੀ ਵਾਰਤਾਲਾਪ ਹੋਈ ਸੀ ਉਹ ਆਏ ਸਨ, ਅਸੀਂ ਉਸ ਵੇਲੇ ਵਾਪਸ ਕਰ ਦਿੱਤਾ। ਅਸੀਂ ਕੁਝ ਹੋਰ ਚਾਹੁੰਦੇ ਸੀ, ਇਸ ਕਰਕੇ ਅਸੀਂ ਵਾਪਸ ਕਰ ਦਿੱਤਾ। ਪਰ ਜਿਹੜੇ ਲਾਗੇ ਬੈਠੇ ਸਨ ਇਹ ਦਿਲ ਦੇ ਅੰਧੇ ਸਨ, ਇਹਨਾਂ ਨੇ ਕਿਸੇ ਨੇ ਇਹ ਪਾਣੀ ਦਾ ਘੁੱਟ ਨਹੀਂ ਪਿਲਾਇਆ ਉਹਨਾਂ ਨੂੰ। ਉਹ ਆਗਰਿਓਂ ਚੱਲ ਕੇ ਆਏ ਨੇ, ਕਿਸੇ ਨੇ ਪਾਣੀ ਦਾ ਘੁੱਟ ਨਹੀਂ ਪਿਆਇਆ। ਇਹਨਾਂ ਖਾਣਾ ਕੀ ਖਵਾਉਣਾ ਸੀ। ਕਹਿੰਦੇ ਤੂੰ ਬਹੁਤ ਚੰਗਾ ਕੀਤਾ ਹੈ। ਪਿਆਰੀ ਸਾਧ ਸੰਗਤ, ਗੁਰੂ ਜਿਹੜਾ ਹੈ, ਗੁਰੂ ਸਾਡੀ ਪਲ ਪਰ ਰਖਵਾਲੀ ਕਰਦਾ ਹੈ। ਹੁਣ ਵਚਨ ਤੇ ਮੰਨ ਲਿਆ, ਤੁਰ ਪਏ।
ਅੰਦਰ ਖੁਦਕਦੀ ਲੱਗ ਗਈ। ਮਾਰੀ ਨਾਰਾਜ਼ ਨੇ ਇੱਕ ਸ਼ਬਦ ਪੜ੍ਹਦੇ ਹੁੰਦੇ ਸੀ, ਇਹ ਔਖੀ ਮੰਜ਼ਲ ਹੈ। ਸਿੱਖੀ ਸਿਦਕ ਨਿਭਾਉਣੇ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣੇ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣੇ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣੇ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। ਮਨ ਵਿੱਚ ਕਈ ਵਲਵਲੇ ਲੈ ਕੇ ਨੰਗਲੀ ਨਿਵਾਸੀ ਮਹਾਂਪ੍ਰਭੂ ਆਗਰੇ ਦੀ ਗੱਡੀ ਪਕੜ ਕੇ ਬੈਠੇ ਨੇ। ਕਈ ਵਲਵਲੇ ਚੱਲਦੇ ਨੇ। ਧਿਆਨ ਜਿਹੜਾ ਹੈ ਸਤਿਗੁਰ ਦਾ ਅੰਦਰ ਵਸਿਆ ਹੋਇਆ ਹੈ। ਤੇ ਕੀ ਅੰਦਰ ਵਿਚਾਰ ਕਰ ਰਹੇ ਨੇ? ਕਹਿੰਦੇ ਜੋ ਸਤਿਗੁਰ ਨੇ ਕਿਹਾ ਹੈ ਉਹ ਠੀਕ ਕਿਹਾ ਹੈ। ਉਧਰ ਗੁਰੂ ਦੀ ਨਜ਼ਰ ਜਿਹੜੀ ਹੈ ਬਾਬਾ ਸਰੂਪਾਨੰਦ ਜੀ ਦੇ ਅੰਦਰ ਵਸੀ ਹੋਈ ਹੈ। ਉਹਨੇ ਕਿਹਾ, ਮਨ 'ਚ ਵਿਚਾਰ ਕਰਦੇ ਨੇ, ਉਹਨਾਂ ਨੂੰ ਇੰਨੀ ਜਲਦੀ ਤੋਰ ਦਿੱਤਾ ਹੈ, ਪਰ ਕੀ ਕਰਾਂ? ਮੇਰਾ ਤੇ ਅੰਦਰ ਦਾ ਖਿਆਲ ਇਹ ਹੈ ਕਿ ਮੈਂ ਜੋ ਧਾਰਨਾ ਕੀਤੀ ਹੈ ਕਿ ਰੂਹਾਨੀ ਮੰਜ਼ਲਾਂ ਨੂੰ ਤੈਅ ਕਰਾਉਣਾ ਹੈ ਇਸ ਨੂੰ, ਤੇ ਸੰਸਾਰ ਵਿੱਚ ਗੱਲ ਕੀ ਇੱਕ ਭਗਤੀ ਦਾ ਚੰਨ ਨੂੰ ਮੁਨਾਰਾ ਖੜਾ ਕਰਨਾ ਹੈ। ਇਹਨਾਂ ਤਪ ਜਿਹੜਾ ਕਰਵਾਇਆ ਹੈ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਤੇ ਨਾ ਹੀ ਆਉਣ ਵਾਲੀ ਦੁਨੀਆ ਤੱਕ ਇੱਦਾਂ ਦਾ ਤਪ ਕੋ ਕਰ ਸਕੇਗਾ। ਔਰ ਇੰਨਾ ਹੁਕਮ ਮੰਨਿਆ, ਅੰਦਰ ਭਰੋਸਾ ਹੋਵੇ ਸਤਿਗੁਰ ਦੇ ਉੱਤੇ। ਭਰੋਸਾ ਬੰਨਣਾ ਪੈਂਦਾ ਹੈ। ਜੇ ਨਾਰਦ ਮੁਨੀ ਨੇ ਕੀ ਕੀਤਾ, ਇੱਕ ਮਾਛੀ ਦੇ ਉੱਤੇ ਭਰੋਸਾ ਬੰਨ ਲਿਆ ਸੀ ਭਗਵਾਨ ਦੇ ਕਹਿਣ ਦੇ ਅਨੁਸਾਰ, ਤੇ ਗੱਲ ਕੀ ਅਸੀਂ ਗੱਲ ਕੀ ਇੱਕ ਸਾਖਸ਼ਾਤ ਗੱਲ ਕੀ ਜੋ ਸੰਸਾਰ 'ਚ ਗਿਆਨ ਵੰਡਦੇ ਫਿਰਦੇ ਨੇ, ਸੰਸਾਰ 'ਚੋਂ ਨਿਕਲਣ ਦਾ, ਅਸੀਂ ਉਹਨਾਂ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ। ਭਰੋਸਾ ਨਹੀਂ, ਪ੍ਰਤੀਤ ਨਹੀਂ, ਪਰ ਹਰ ਇੱਕ ਦੇ ਅੰਦਰ ਨਹੀਂ ਆਉਂਦੀ। ਤੁਸੀਂ ਕਈ ਵਾਰੀ ਸੁਣਿਆ ਹੈ। ਗੁਰ ਕੀ ਪ੍ਰਤੀਤ ਜੀ ਕਰਦਾ ਹੈ ਵਿਰਲਾ ਕੋਈ। 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 ਗੁਰ ਕੀ ਪ੍ਰਤੀਤ ਜੀ 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 ਕਰਦਾ ਹੈ ਵਿਰਲਾ ਕੋਈ। ਮਨੁੱਖ ਨੂੰ ਰੱਬ ਸਮਝਣਾ ਬੜੀ ਮੁਸ਼ਕਲ ਗੱਲ ਹੈ। ਕਿਰਿਆ ਸਾਡੇ ਵਰਗੀ ਹੋਵੇ, ਸਾਡੇ ਵਾਂਗੂ ਖਾਂਦਾ ਹੋਵੇ, ਸਾਡੇ ਵਾਂਗੂ ਵੇਖਦਾ ਹੋਵੇ, ਸਾਡੇ ਵਾਂਗੂ ਗੱਲ ਕੀ ਸੁਣਦਾ ਹੋਵੇ, ਸਾਡੇ ਵਾਂਗੂ ਬੋਲਦਾ ਹੋਵੇ, ਜਿੰਨੀਆਂ ਕਿਰਿਆਵਾਂ ਸਾਡੀਆਂ ਸਾਰੀਆਂ ਸਾਡੇ ਵਰਗੀਆਂ ਨੇ, ਅਸੀਂ ਕਹਿੰਦੇ ਰੱਬ ਕਿੱਦਾਂ ਹੋ ਸਕਦਾ ਹੈ? ਗੁਰ ਪਰਮੇਸ਼ਰ
ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਰ ਪਰਮੇਸ਼ਰ ਏਕੋ ਜਾਣ। ਉਧਰ ਕੀ ਹੈ, ਮਹਾਂਪੁਰਖ ਕਹਿੰਦੇ ਨੇ ਜੇ ਕਿਸੇ ਨੇ ਰੱਬ ਨੂੰ ਦੇਖਿਆ ਹੈ ਤੇ ਉਹ ਮਨੁੱਖੀ ਦੇਹ ਵਿੱਚ ਹੀ ਵੇਖਿਆ ਹੈ। ਜੇ ਰੱਬ ਨੂੰ ਵੇਖਿਆ ਹੈ ਤੇ ਮਨੁੱਖੀ ਦੇਹ ਵਿੱਚ ਵੇਖਿਆ ਹੈ। ਤੇ ਕਿਹੜੇ ਸਰੂਪ 'ਚ ਵੇਖਿਆ ਹੈ? ਕਹਿੰਦੇ ਉਹ ਸਤਿਗੁਰ ਦੇ ਸਰੂਪ 'ਚ ਵੇਖਿਆ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਕਹਿੰਦੇ ਜਿੱਥੇ ਸਤਿਗੁਰ ਦੀ ਸੁਰਤ ਗਈ ਹੋਈ ਹੈ ਉਹ ਪਾਰ ਬ੍ਰਹਮ ਵਿੱਚ ਸਾਡੀ ਸੁਰਤ ਨਹੀਂ ਗਈ। ਸਤਿਗੁਰ ਸਾਨੂੰ ਲੈ ਕੇ ਜਾਣਾ ਚਾਹੁੰਦਾ ਹੈ, ਸਤਿਗੁਰ ਸਾਨੂੰ ਲਿਜਾਣਾ ਚਾਹੁੰਦਾ ਹੈ, ਪਰ ਅਸੀਂ ਜਾਣਾ ਹੀ ਨਹੀਂ ਚਾਹੁੰਦੇ। ਉਹਦਾ ਕੀ ਕਾਰਨ? ਸਤਿਗੁਰ ਸਾਡੇ ਨਾਲ ਜਿਹੜਾ ਭਾਰ ਜਿਹੜਾ ਹੈ ਦੁਨੀਆ ਦੀਆਂ ਵਡਿਆਈਆਂ ਦਾ ਪਿਆ ਹੋਇਆ, ਦੁਨੀਆ ਦੇ ਲਾਲਚਾਂ ਦਾ ਪਿਆ ਹੋਇਆ, ਇੰਦਰੀਆਂ ਦੇ ਗੱਲ ਨਾਲ ਬੱਝੇ ਪਏ ਹਾਂ, ਉਹ ਭਾਰ ਜਿਹੜਾ ਪਿਆ ਹੈ ਸਤਿਗੁਰ ਕਹਿੰਦਾ ਪਹਿਲਾਂ ਇਹਨੂੰ ਢਿੱਲਿਆਂ ਕਰ, ਇਸ ਬੇੜੀ 'ਚ ਸਵਾਰ ਹੋਣਾ ਹੀ ਤੇ ਨਾਮ ਬੇੜੀ। ਹਜ਼ੂਰ ਮਹਾਰਾਜ ਫਰਮਾਇਆ ਕਰਦੇ ਸਨ ਆਪਣੇ ਬਟਾਲੇ ਵਾਲੇ ਮਹਾਰਾਜ ਜੀ, ਕਹਿੰਦੇ ਨਾਮ ਬੇੜੀ ਤੇ ਸੰਤ ਮਲਾ, ਕਹਿੰਦੇ ਪਾਰ ਲੰਘਾਉਂਦੇ ਖਾ ਮਖਾ। ਕੋਈ ਰਿਸ਼ਤੇਦਾਰੀ ਨਹੀਂ, ਕੋਈ ਲੈਣ ਦੇਣ ਨਹੀਂ, ਕੋਈ ਅੰਦਰ ਗੱਲ ਚਾਹਨਾ ਨਹੀਂ, ਕਿਸੇ ਦੇ ਕੋਲੋਂ ਪ੍ਰਤੀ ਕੋਈ ਲੈਣ ਦੀ ਚਾਹਨਾ ਵੀ ਨਹੀਂ, ਪਰ ਕੀ ਹੈ ਨਾਮ ਦੇ ਕੇ, ਸ਼ਬਦ ਦੇ ਕੇ ਤੇ ਸੰਸਾਰ 'ਚੋਂ ਪਾਰ ਕਰਨ ਵਾਸਤੇ ਗੱਲ ਕੀ ਇਹ ਸੰਸਾਰ 'ਚ ਤੁਰੇ ਫਿਰਦੇ ਨੇ। ਪਿਆਰੀ ਸਾਧ ਸੰਗਤ, ਮਹਾਰਾਜ ਜੀ ਆਗਰੇ ਪਹੁੰਚ ਗਏ। ਆਗਰੇ ਪਹੁੰਚ ਕੇ ਜਾ ਕੇ ਉਹਨਾਂ ਕੀ ਕੀਤਾ ਕਿ ਆਸਣ ਜਮਾ ਲਿਆ ਆਪਣਾ। ਗੁਰੂ ਦਾ ਵਚਨ ਸੀ, ਗੁਰੂ ਦਾ ਵਚਨ ਜਿਸ ਵੇਲੇ ਆਸਣ ਜਮਾਇਆ ਹੈ ਤੇ ਬੜੀ ਕਠੋਰ ਸਾਧਨਾ ਵਿੱਚ ਮਹਾਰਾਜ ਜੀ ਪੈ ਗਏ। ਨਾ ਜਾਣੇ ਕਿ ਉਸ ਸਮੇਂ ਤੋਂ ਲੈ ਕੇ ਕਿੰਨੀਆਂ ਗਰਮੀਆਂ ਆਈਆਂ, ਕਿੰਨੀਆਂ ਗੱਲ ਕੀ ਸਰਦੀਆਂ ਆਈਆਂ, ਇੱਕੋ ਆਸਣ 'ਤੇ ਬੈਠੇ ਰਹੇ ਮਹਾਰਾਜ ਜੀ। ਹੁਣ ਕਿੰਨੀ ਵਾਰੀ ਗੱਲ ਕੀ ਉਹ ਬਾਰਿਸ਼ਾਂ 'ਚ ਭੇਜਦੇ ਰਹੇ, ਉੱਤੇ ਕੋਈ ਛਪੜੀ ਨਹੀਂ, ਕੋਈ ਛਪਰੀ ਨਹੀਂ, ਉੱਤੇ ਕੋਈ ਝੁੱਗੀ ਨਹੀਂ, ਮਾਰੀ ਅਡੋਲ ਅਵਸਥਾ 'ਚ ਬੈਠੇ ਰਹੇ, ਤਪੱਸਿਆ ਕਰਦੇ ਰਹੇ। ਮਨ 'ਚ ਵਿਚਾਰ ਇਹ ਆਇਆ ਸੀ ਕਿ ਮੈਂ ਆਗਰੇ ਜਾ ਕੇ, ਮੈਂ ਜੈਪੁਰ ਜਾ ਕੇ ਮਹਾਰਾਜ ਜੀ ਆਏ ਨੇ ਅਤੇ ਮੈਂ ਉਹਨਾਂ ਦੀ ਸੇਵਾ ਕਰਾਂ, ਪਰ ਉਹਨਾਂ ਨੇ ਖਲੋਣ ਨਹੀਂ ਦਿੱਤਾ। ਕਿਉਂ? ਉਹਨਾਂ ਨੂੰ ਪਤਾ ਸੀ ਇਹ ਸਰੀਰ ਨਾਸ਼ਵਾਨ ਹੈ, ਇਹ ਸੰਸਾਰ ਵਿੱਚ ਛੱਡ ਕੇ ਜਾਣਾ ਹੈ, ਇਹ ਨਾਲ ਜਾਣ ਵਾਲੀ ਚੀਜ਼ ਨਹੀਂ ਹੈ। ਅਸਲੀ ਚੀਜ਼ ਕਿਹੜੀ ਹੈ? ਅਸੀਂ ਇੱਕ ਹੀਰਾ ਤਰਾਸ਼ ਰਹੇ ਹਾਂ, ਹੀਰਾ ਤਰਾਸ਼ਣ ਵਿੱਚ ਅਸੀਂ ਦੇਰੀ ਨਹੀਂ ਕਰਨੀ। ਫਿਰ ਉਹਨਾਂ ਨੇ ਹੀਰਾ ਵੀ ਐਸਾ ਤਰਾਸ਼ਿਆ ਕਿ ਅੱਜ ਵੀ ਗੱਲ ਕੀ ਜਿੱਥੇ ਉਹਨਾਂ ਦਾ ਨਾਂ ਲਿਆ ਜਾਂਦਾ ਹੈ, ਉਹਨਾਂ ਕਿਹਾ ਸੀ, ਉਹਨਾਂ ਕਿਹਾ ਪਤਾ ਕੀ ਕਿਹਾ? ਉਹਨਾਂ ਕਿਹਾ ਮੇਰੇ ਦਰਬਾਰ ਦੇ ਜਿਹੜੇ ਸੇਵਕ ਹੋਣਗੇ, ਜਿਹੜੇ ਗੱਲ ਕੀ ਸੰਤ ਹੋਣਗੇ, ਸਿਮਰਨ ਬਦਲੇ ਘਰ ਬਾਰ ਛੱਡ ਕੇ ਆਏ ਨੇ, ਜਿਹੜੇ ਸੰਸਾਰ ਦੀ ਗੱਲ ਕੀ ਗੱਲ ਨਹੀਂ ਹੈਗੀ ਇੱਥੇ, ਕਹਿੰਦੇ ਜੋ ਸਿਮਰਨ ਵਾਸਤੇ, ਸੇਵਾ ਵਾਸਤੇ ਘਰ ਬਾਰ ਛੱਡ ਕੇ ਆਏ ਨੇ, ਫਕੀਰੀ ਧਾਰਨ ਕੀਤੀ ਹੈ, ਕਹਿੰਦੇ ਨੇ ਕਿ ਇਹ ਰੋਟੀਆਂ ਤੇ ਧੋਤੀਆਂ ਭੁੱਖੇ ਨਹੀਂ ਰਹਿਣਗੇ। ਆਮ ਵੇਖਦੇ ਹਾਂ ਸੰਤ ਹੋ ਕੇ ਮੰਗਦੇ ਫਿਰਦੇ ਨੇ ਲੋਕੀ ਘਰਾਂ 'ਚ। ਕਦੀ ਵੇਖਿਆ ਨੰਗਲੀ ਦਰਬਾਰ ਦਾ ਜਾਂ ਅਨੰਦਪੁਰ ਦਰਬਾਰ ਦਾ ਕੋਈ ਸੰਤ ਜਿਹੜਾ ਹੈ ਕੋਈ ਗੱਲ ਕੀ ਮੰਗਦਾ ਫਿਰਦਾ ਵੇਖਿਆ? ਰਾਜ ਦਾ ਰਾਜ, ਯੋਗ ਦਾ ਯੋਗ। ਇਸ ਕਰਕੇ ਉਹਨਾਂ ਨੇ ਇਹ ਰਾਜ ਯੋਗ ਦੱਸਿਆ ਹੈ। ਇਹ ਰਾਜ ਯੋਗ ਹੈ। ਕਿਸੇ ਨੇ ਸ਼ਿਕਾਇਤ ਕਰ ਦਿੱਤੀ, ਨੰਗਲੀ ਵਾਲੇ ਮਹਾਰਾਜ ਜੀ ਅੱਗੇ ਸ਼ਿਕਾਇਤ ਕਰ ਦਿੱਤੀ। ਕੀ ਸ਼ਿਕਾਇਤ ਕੀਤੀ? ਕਹਿੰਦੇ ਮਹਾਰਾਜ ਜਿਹੜੇ ਤੁਹਾਡੇ ਦਰਬਾਰ ਦੇ ਜਿਹੜੇ ਸੰਤ ਨੇ, ਜਿਹੜੇ ਨੇ ਉਹ ਸ਼ੌਕੀਨ ਬੜੇ ਨੇ, ਕਹਿੰਦੇ ਐ ਸਿਰ ਲਿਸ਼ਕਾ ਕੇ ਰੱਖਦੇ ਨੇ, ਕੱਪੜੇ ਧੋ ਕੇ ਰੱਖਦੇ ਨੇ, ਬੜਕੀ ਅੱਛੀ ਜੁੱਤੀ ਪਾਉਂਦੇ ਨੇ, ਅੱਛੀ ਜਗ੍ਹਾ 'ਤੇ ਬੈਠਦੇ ਨੇ। ਇਹ ਟੇਰੀ ਦੀ ਗੱਲ ਹੈ, ਇਹ ਚਕੌੜੀ ਦੀ ਗੱਲ ਹੈ, ਇਹ ਚਕੌੜੀ ਦੀ ਗੱਲ ਹੈ। ਜਿਸ ਵੇਲੇ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਮਹਾਰਾਜ ਨੇ ਅੱਗੋਂ ਪਤਾ ਕੀ ਪੁੱਛਿਆ? ਆਪਣੀ ਔਲਾਦ ਨੂੰ ਕੋਈ ਮਾੜਾ ਕਹੇ ਤੇ ਗੱਲ ਕੀ ਫਿਰ ਉਹ ਬਰਦਾਸ਼ਤ ਨਹੀਂ ਹੁੰਦਾ। ਮਹਾਰਾਜ ਨੂੰ ਕਿਹਾ ਪ੍ਰੇਮੀ ਬਹੁਤ ਸ਼ੌਕੀਨ ਨੇ? ਕਹਿੰਦੇ ਹਾਂ ਮਹਾਰਾਜ ਬਹੁਤ ਸ਼ੌਕੀਨ ਨੇ। ਖਾਂਦੇ ਕਿੱਦਾਂ ਦਾ ਨੇ? ਕਹਿੰਦੇ ਖਾਂਦੇ ਵੀ ਚੰਗਾ ਨੇ। ਕਹਿੰਦੇ ਨੇ ਫਿਰ ਉਪਦੇਸ਼ ਕਰਦੇ ਨੇ, ਸਤਸੰਗ ਕਰਦੇ ਨੇ, ਸੇਵਾ ਕਰਦੇ ਨੇ। ਕਹਿੰਦੇ ਮਹਾਰਾਜ ਉਹ ਵੀ ਦਿਨਾਂ 'ਚ ਲੱਗੇ, ਉਹ ਵੀ ਦਿਨ ਰਾਤ ਹੀ ਲੱਗੇ ਰਹਿੰਦੇ ਨੇ।
ਜੇ ਕੋਈ ਤਪੱਸਿਆ ਕਰ ਰਿਹਾ ਤਪੱਸਿਆ ਕਰ ਰਿਹਾ, ਜੇ ਕੋਈ ਸੇਵਾ ਕਰ ਰਿਹਾ ਸੇਵਾ ਕਰ ਰਿਹਾ, ਜੇ ਕੋਈ ਉਪਦੇਸ਼ ਕਰ ਰਿਹਾ ਸਤਸੰਗ ਕਰ ਰਿਹਾ ਤੇ ਸਤਸੰਗ ਕਰ ਰਿਹਾ। ਕਹਿੰਦੇ ਸਾਰੇ ਕੰਮ ਕਰਦੇ ਨੇ? ਕਹਿੰਦੇ ਹਾਂ। ਕਹਿੰਦੇ ਫਿਰ ਜੇ ਇਸ ਤਰ੍ਹਾਂ ਹੈ, ਜਿਹੜੀ ਇਸਤਰੀ ਆਪਣੇ ਪਤੀ ਦੇ ਗੱਲ ਕੀ ਅਧੀਨ ਹੈ, ਆਗਿਆਕਾਰੀ ਹੈ, ਪਤੀ ਵਰਤਾ ਵਿੱਚ ਪੂਰੀ ਹੈ, ਫਿਰ ਉਹ ਜਿੰਨਾ ਸ਼ਿੰਗਾਰ ਕਰੇ ਓਨਾ ਹੀ ਥੋੜ੍ਹਾ ਹੈ। ਜਿਹੜੇ ਸੇਵਕ ਜਿਹੜੇ ਸਾਡੇ ਨੇ, ਸੰਤ ਜਿਹੜੇ ਸਾਡੇ ਨੇ, ਜੇ ਗੱਲ ਕੀ ਜਿਨ੍ਹਾਂ ਨੂੰ ਸਾਧੂ ਬਣਾਇਆ ਹੈ, ਜੇ ਉਹ ਸਤਸੰਗ ਕਰਦੇ ਨੇ, ਦੁਨੀਆ ਨੂੰ ਉਪਦੇਸ਼ ਕਰਦੇ ਨੇ, ਦੁਨੀਆ ਦਾ ਭਲਾ ਕਰਦੇ ਨੇ, ਕਹਿੰਦੇ ਨੇ ਕਿ ਉਹਨਾਂ ਨੂੰ ਜਿੰਨਾ ਚੰਗੇ ਤੋਂ ਚੰਗਾ ਖਾਣਾ ਮਿਲੇ ਥੋੜ੍ਹਾ ਹੈ, ਜਿੰਨਾ ਚੰਗੇ ਤੋਂ ਚੰਗਾ ਵਸਤਰ ਮਿਲੇ ਉਹ ਵੀ ਥੋੜ੍ਹਾ ਹੈ। ਇੱਕ ਪਤੀ ਵਰਤਾ ਇਸਤਰੀ ਤਰ੍ਹਾਂ ਉਹ ਗੱਲ ਕੀ ਆਪਣੇ ਜੇ ਗੱਲ ਕੀ ਮਰਿਆਦਾ ਵਿੱਚ ਨੇ, ਤੇ ਫਿਰ ਗੱਲ ਕੀ ਕਹਿੰਦੇ ਫਿਰ ਇਹਦੇ ਵਿੱਚ ਕੋਈ ਗੱਲ ਖਾਸ ਨਹੀਂ ਹੈਗੀ। ਇਹਨਾਂ ਨੂੰ ਤਾਂ ਖਾਣਾ ਚੰਗਾ ਚਾਹੀਦਾ ਹੈ, ਚੋਰਾਂ ਨੂੰ ਖਾਣਾ ਚਾਹੀਦਾ ਹੈ, ਠੱਗਾਂ ਨੂੰ ਖਾਣਾ ਚਾਹੀਦਾ ਹੈ। ਇਹ ਜਿਹੜੇ ਸੰਸਾਰ ਦੇ ਸੁੱਖ ਨੇ ਉਹਨਾਂ ਲੋਕਾਂ ਵਾਸਤੇ ਨੇ ਜਿਨ੍ਹਾਂ ਚੋਰੀਆਂ ਕਰਨੀਆਂ ਨੇ। ਨਹੀਂ, ਜਿਹੜਾ ਨਾਮ ਜਪਦਾ ਸਿਮਰਨ ਕਰਦਾ ਹੈ ਉਹਦੇ ਵਾਸਤੇ ਇਹ ਸੁੱਖ ਸਾਰੇ ਜਿਹੜੇ ਮੌਜੂਦ ਹੋਣੇ ਚਾਹੀਦੇ ਨੇ। ਇਹ ਸੁੱਖ ਉਹਨਾਂ ਵਾਸਤੇ ਚਾਹੀਦੇ ਨੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕਰਨੀ ਹੈ। ਪਰ ਉਲਟਾ ਕੀ ਹੋਇਆ ਹੈ, ਗੁਰੂ ਨਾਨਕ ਦੇਵ ਜੀ ਆਏ, ਉਹਨਾਂ ਅੱਕ ਦੇ ਪੱਤੇ ਖਾਧੇ, ਉਹਨਾਂ ਰੇਤੇ ਦਾ ਆਹਾਰ ਕੀਤਾ, ਰੋੜਾਂ ਦੀ ਵਿਛਾਉਣੀ ਕੀਤੀ। ਪਰ ਕੀ ਕੀਤਾ, ਸੰਸਾਰ ਵਿੱਚ ਉਹ ਵੀ ਲੋਕ ਸਨ ਜਿਹੜੇ ਚੰਗਾ ਖਾ ਕੇ ਤੇ ਗੱਲ ਕੀ ਨਰਮ ਨਰਮ ਬੈੱਡਾਂ 'ਤੇ ਆਰਾਮ ਕਰ ਰਹੇ ਸਨ, ਜਿਨ੍ਹਾਂ ਨੇ ਅਤਿਆਚਾਰ ਸੰਸਾਰ 'ਚ ਕੀਤਾ। ਮਹਾਰਾਜ ਜੀ ਨੇ ਕੀ ਕੀਤਾ, ਉੱਥੇ ਆਗਰੇ 'ਚ ਬਹਿ ਕੇ ਤਪੱਸਿਆ ਕੀਤੀ। ਹੌਲੀ ਹੌਲੀ ਕੀ ਹੋਇਆ, ਮਹਾਰਾਜ ਨੇ ਕੀ ਕੀਤਾ ਕਿ ਆਪਣੇ ਸਵਾਸਾਂ ਨੂੰ ਕੀ ਕੀਤਾ, ਸਵਾਸਾਂ ਨੂੰ ਗੱਲ ਕੀ ਦੋਨਾਂ ਨਸਾਂ ਨੂੰ, ਈੜਾ ਅਤੇ ਪਿੰਗਲਾ ਜਿਹੜੀ ਹੈ, ਈੜਾ ਅਤੇ ਪਿੰਗਲਾ ਇਹ ਦੋ ਨਸਾਂ ਨੇ, ਇਹਨਾਂ ਦੋਨਾਂ ਨੂੰ ਕੀ ਕੀਤਾ, ਦੋਨਾਂ ਨਸਾਂ ਦੇ ਵਿੱਚੋਂ ਗੱਲ ਕੀ ਨੂੰ ਸਮ ਕਰ ਦਿੱਤਾ, ਪ੍ਰਾਣ ਜਿਹੜੇ ਸਮ ਕਰ ਦਿੱਤੇ, ਬਰਾਬਰ ਕਰ ਦਿੱਤੇ। ਔਰ ਜਿਹੜੀ ਇੱਕ ਤੀਸਰੀ ਨਾੜੀ ਹੈ ਸੁਖਮਨਾ, ਈੜਾ ਪਿੰਗਲਾ ਸੁਖਮਨਾ, ਮੈਂ ਲਿਖਿਆ ਹੈ ਕਿ ਇੱਕ ਜਗ੍ਹਾ 'ਤੇ ਸੁਖਮਨਾ ਨਾੜੀ ਸੁਖ ਹੈ, ਸੂਰਤ ਸੁਖਮ ਵਿਚਾਰ, ਸੋਂਗ ਧਾਰਾ ਚੱਲਦੀ ਵਿੱਚ ਪਹੁੰਚੇ ਦਸਮ ਦੁਆਰ। ਇਹ ਸਨ 78 ਦੀ ਗੱਲ ਹੈ। ਜਿਸ ਵੇਲੇ ਉਹਨਾਂ ਕੀਤਾ, ਸੁਖਮਨਾ ਨਾੜੀ ਦੇ ਵਿੱਚ ਹਵਾ ਭਰ ਦਿੱਤੀ, ਤਿੰਨਾਂ ਨਾੜੀਆਂ ਨੂੰ ਬਰਾਬਰ ਕਰਕੇ, ਤਿੰਨਾਂ ਨੂੰ ਨਾੜੀਆਂ ਨੂੰ ਬਰਾਬਰ ਕਰਕੇ ਆਪਣੀ ਜਿਹੜੀ ਸੁਰਤ ਸੀ ਜਿਹੜੀ ਸੀ ਉਹ ਕੀ ਕੀਤਾ ਕਿ ਉਹ ਅੰਦਰਲੀ ਮੰਜ਼ਿਲ ਨੂੰ ਗੱਲ ਕੀ ਪਕੜ ਲਿਆ ਉਹਨਾਂ ਨੇ। ਦਸਵੇਂ ਦੁਆਰ 'ਚ ਪਹੁੰਚੇ, ਦਸਵੇਂ ਦੁਆਰ ਤੋਂ ਪਹੁੰਚ ਕੇ ਮਾਰੀ ਅੱਗੇ ਨਾਮੀ ਦੇਸ਼ ਵੱਲ ਤੁਰ ਪਏ, ਉੱਥੇ ਸਥਿਰ ਕੀਤਾ ਆਪਣੇ ਆਪ ਨੂੰ। ਉੱਥੋਂ ਮੁੜ ਕੇ ਦਿਆਲ ਦੇਸ਼ ਦੇ ਉੱਤੇ ਗੱਲ ਕੀ ਆਪਣੀ ਸੁਰਤ ਨੂੰ ਚੜ੍ਹਾਤਾ। ਫਿਰ ਕੀ ਸੀ, ਜਦੋਂ ਇੱਥੇ ਪਹੁੰਚ ਜਾਂਦੀ ਹੈ ਸੁਰਤੀ ਅਨਾਮੀ ਦੇਸ਼ ਵਿੱਚ ਪਹੁੰਚ ਜਾਂਦੀ ਹੈ, ਉੱਥੇ ਇੰਦਰੀਆਂ ਦੀ ਪਹੁੰਚ ਜਿਹੜੀ ਖਤਮ ਹੋ ਜਾਂਦੀ ਹੈ। ਇੰਦਰੀਆਂ ਸਾਨੂੰ ਗੱਲ ਕੀ ਲਾਲਚ ਵਿੱਚ ਨਹੀਂ ਪਾ ਸਕਦੀਆਂ। ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ ਕਿ ਥੱਕਿਆ ਹੈ, ਭੁੱਖਾ ਹੈ, ਜਾਂ ਇਹਦੇ 'ਤੇ ਕੋਈ ਪਾਣੀ ਪੈਣ ਡਿਆ ਹੈ, ਜਾਂ ਧੁੱਪ ਬਰਸ ਰਹੀ ਹੈ। ਨਾ ਜਾਣੇ ਕਿੰਨੀਆਂ ਰੁੱਤਾਂ ਆਈਆਂ ਅਤੇ ਕਿੰਨੀਆਂ ਚਲੇ ਗਈਆਂ ਗਰਮੀ ਦੀਆਂ, ਕਿੰਨੀਆਂ ਰੁੱਤਾਂ ਸਰਦੀ ਦੀਆਂ ਆਈਆਂ ਅਤੇ ਕਿੰਨੀਆਂ ਚਲੇ ਗਈਆਂ, ਕਿੰਨੀਆਂ ਰੁੱਤਾਂ ਬਰਸਾਤ ਦੀਆਂ ਆਈਆਂ ਕਿੰਨੀਆਂ ਚਲੇ ਗਈਆਂ। ਕਰਦਿਆਂ ਕਰਦਿਆਂ 13 ਸਾਲ ਗੁਜ਼ਰ ਗਏ, 13ਵਾਂ ਸਾਲ ਆ ਗਿਆ। ਪਰ ਜਿਹੜੇ ਆਗਰੇ ਵਿੱਚ ਗੱਲ ਕੀ ਸੇਵਕ ਪਹਿਲੀ ਪਾਤਸ਼ਾਹੀ ਮਹਾਰਾਜ ਦੇ ਰਹਿੰਦੇ ਸਨ, ਉਹਨਾਂ ਨੂੰ ਪਤਾ ਸੀ ਕਿ ਮਹਾਰਾਜ ਜੀ ਨੇ ਇੱਥੇ ਗੱਲ ਕੀ ਬਾਬਾ ਸਰੂਪਾਨੰਦ ਜੀ ਨੂੰ ਤਪੱਸਿਆ 'ਤੇ ਬਿਠਾਇਆ ਹੈ। ਉਹਨਾਂ ਵਾਸਤੇ ਤਪੱਸਿਆ ਸੀ ਅਤੇ ਮਹਾਰਾਜ ਜੀ ਨੇ ਕੀ ਕੀਤਾ, ਰੂਹਾਨੀ ਮੰਜ਼ਿਲਾਂ ਨੂੰ ਤੈਅ ਕੀਤਾ। ਨਿਰਭੈ ਪਦ ਵੀ ਜਾਣਾ ਹੈ, ਜਿੱਥੇ ਜਾ ਕੇ ਜੀਵ ਦਾ ਡਰ ਖਤਮ ਹੋ ਜਾਵੇ। ਕਿਉਂ, ਭੈ ਵਿੱਚ ਸਾਰੀ ਦੁਨੀਆ ਹੈ। ਮਹਾਰਾਜ ਜੀ ਬਾਣੀ ਲਿਖਦੇ ਨੇ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਵਿੱਚ ਕੋਹ ਕਰੋੜੀ ਚਲਦਨ ਅੰਤ। ਸਾਰੀ ਦੁਨੀਆ ਭੈ ਵਿੱਚ ਹੈ, ਜਿੰਨੀ ਦੁਨੀਆ ਸਾਰੀ ਭੈ ਵਿੱਚ ਹੈ। ਨਿਰਭੈ ਕੌਣ ਹੈ? ਨਿਰਭੈ ਤੇ ਇੱਕ ਪ੍ਰਮਾਤਮਾ ਹੈ, ਅਕਾਲ ਪੁਰਖ ਹੈ, ਭਗਵਾਨ ਹੈ। ਉਹਦੇ ਵੱਲ ਤੋਰਿਆ ਪਹਿਲੀ ਪਾਤਸ਼ਾਹੀ ਮਹਾਰਾਜ ਨੇ। ਸਵਾਮੀ ਦਵਾਤਾਨਾ ਮਹਾਰਾਜ ਜੀ ਨੇ ਨੰਗਲੀ ਵਾਲੇ ਮਹਾਰਾਜ ਨੂੰ ਉਸ ਪਾਸੇ ਤੋਰਿਆ ਅਤੇ ਮਹਾਰਾਜ ਜੀ ਪਹੁੰਚ ਗਏ। ਜਿਸ ਵੇਲੇ ਪਹੁੰਚ ਗਏ, ਹੁਣ ਕੀ ਹੈ, ਹੁਣ ਉੱਥੇ ਗੱਲ ਕੀ, ਉਹ ਜਿਹੜੇ ਸੇਵਕ ਸੇਵਾ ਆਣ ਕੇ ਦਰਸ਼ਨ ਕਰਦੇ ਸਨ ਮਹਾਰਾਜ ਦੇ, ਰੋਜ਼ ਆਉਂਦੇ ਸਨ, ਦਰਸ਼ਨ ਕਰਕੇ ਚਲੇ ਜਾਂਦੇ ਸਨ। ਕਿਸੇ ਨੇ ਪ੍ਰਸ਼ਾਦ ਲਿਆ ਕੇ ਰੱਖਿਆ ਹੈ, ਉਹ ਤੱਕਦੇ ਵੀ ਨਹੀਂ ਸਨ, ਕਿਉਂਕਿ ਦੇਵ
ਉਹਨਾਂ ਨੇ ਦੇਹ ਦੀਆਂ ਇੰਦਰੀਆਂ ਤੋਂ ਕਰਕੇ ਉੱਪਰ ਉੱਠੇ ਹੋਏ ਸਨ। ਉਹ ਦੇਹ ਦੀ ਸੁਰਤ ਤੋਂ ਉੱਪਰ ਉੱਠੇ ਹੋਏ ਸਨ। ਸੁਰਤੀ ਸਰੀਰ 'ਚ ਨਹੀਂ ਹੈ। ਸੁਰਤੀ ਦੇ ਗੱਲ ਕੀ ਅੰਦਰ ਰੂਹਾਨੀ ਮੰਜ਼ਲਾਂ ਦੀ ਸੈਰ ਕਰ ਰਹੀ ਹੈ। ਸੁਰਤੀ ਰੂਹਾਨੀ ਮੰਜ਼ਲਾਂ ਵਿੱਚ ਪਹੁੰਚੀ ਹੋਈ ਹੈ। ਪਰ ਮਹਾਰਾਜ ਜੀ ਕੀ ਕੀਤਾ, ਕਿਸੇ ਵੱਲ ਤੱਕਿਆ ਨਹੀਂ ਇਹਨਾਂ ਨੇ। ਸ਼ਬਦ ਬੋਲਦੇ ਪਏ ਸਨ ਬਾਈ ਜੀ। 13 ਸਾਲ ਬਹਿ ਕੇ ਉਹਨਾਂ ਤਪੱਸਿਆ ਕੀਤੀ, ਪਰ ਕਿਸੇ ਵੱਲ ਅੱਖ ਪੁੱਟ ਕੇ ਨਹੀਂ ਵੇਖਿਆ ਉਹਨਾਂ ਨੇ। ਇਹ ਬੜਾ ਵੱਡਾ ਸਬਰ ਹੈ। ਪਿਆਰੀ ਸਾਧ ਸੰਗਤ, ਜਦੋਂ ਉਹਨਾਂ ਨੇ ਆਪਣੀ ਸੁਰਤੀ ਨੂੰ 10ਵੇਂ ਦਵਾਰ ਵਿੱਚ ਲੈ ਕੇ ਜਾਂਦੇ ਨੇ, ਉੱਥੇ ਉਹਨਾਂ ਨੂੰ ਨਜ਼ਾਰਾ ਆਇਆ। ਫਿਰ ਲਿਖਿਆ ਮੈਂ, खिड़की 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। खिड़की 10वें द्वार दी खोल के अंदर चाक बंदिया। अंदर जोत है तेरे जगदी दिन रात 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 बंदिया। अंदर बैठा जगदा वाली वंडे दात 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 बंदिया। ਸੰਸਾਰ ਦੇ ਵਿੱਚੋਂ ਅਸੀਂ ਰੱਬ ਨੂੰ ਲੱਭਦੇ ਫਿਰਦੇ ਹਾਂ, ਜਗ ਦੇ ਵਾਲੀ ਨੂੰ ਲੱਭਦੇ ਫਿਰਦੇ ਹਾਂ। ਫਿਰ ਕੀ ਕਰਦੇ ਹਾਂ? ਅਸੀਂ ਤਰ੍ਹਾਂ ਤਰ੍ਹਾਂ ਦੇ ਕਰਮ ਕਰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕਰਨ ਵਾਸਤੇ ਤੁਰ ਪੈਂਦੇ ਹਾਂ ਕਿ ਸਾਨੂੰ ਰੱਬ ਮਿਲ ਜਾਏ, ਉਹ ਜਗ ਦਾ ਵਾਲੀ ਮਿਲ ਜਾਵੇ। ਪਰ ਉਹ ਅੰਦਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਕਾਹੇ ਰੇਬਨ ਖੋਜਣ ਜਾਈ ਸਰਬ ਨਿਵਾਸੀ ਤੋਹ ਸਰਬ ਨਿਵੇਸਾ ਨਿਰਲੇਪਾ ਤੋਹੀ ਸੰਗ ਸਮਾਈ। ਸਰਬ ਨਿਵਾਸੀ ਸਦਾ ਅਲੇਪਾ। ਉਹਨੂੰ ਕਿਸੇ ਕਿਸਮ ਦਾ ਲੇਪ ਨਹੀਂ ਹੈ। ਉਹ ਸਰਬ ਥਾਂ 'ਤੇ ਰਹਿਣ ਵਾਲਾ ਹੈ, ਸਰਬ ਨਿਵਾਸੀ ਹੈ, ਸਦਾ ਲੇਪਾ ਤੋਹੀ ਸੰਗ ਸਮਾਈ। ਕਹਿੰਦੇ ਉਹ ਤੇਰੇ ਅੰਦਰ ਸਮਾਇਆ ਹੋਇਆ ਹੈ। ਕੈਸੇ? ਪ੍ਰਮਾਣ ਦਿੱਤੇ ਨੇ ਅੱਗੇ। ਪੋਹਪ ਮਦ ਜਿਉਂ ਬਾਸ ਬਸਤ ਹੈ। ਪੋਹਪ ਕਹਿੰਦੇ ਪੁਸ਼ਪ, ਫੁੱਲ। ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਭਰੀ ਹੋਈ ਹੈ। ਕਦੋਂ ਆਵੇਗੀ ਵਾਸ਼ਨਾ? ਜਦੋਂ ਫੁੱਲ ਦੇ ਕੋਲ ਜਾਵਾਂਗੇ ਜਾਂ ਫੁੱਲ ਸਾਡੇ ਕੋਲ ਆਵੇਗਾ। ਮੁਕਰ ਮਾਹੇ ਜੈਸੇ ਛਾਈ, ਸ਼ੀਸ਼ੇ ਵਿੱਚ ਸਾਡਾ ਪਰਛਾਵਾਂ ਹੈ। ਸਾਡੀ ਸੂਰਤ ਹੈ ਸ਼ੀਸ਼ੇ ਵਿੱਚ, ਪਰ ਕਦੋਂ ਨਜ਼ਰ ਆਵੇਗੀ? ਜਦੋਂ ਸ਼ੀਸ਼ੇ ਦੇ ਕੋਲ ਜਾਵਾਂਗੇ, ਸਾਹਮਣੇ ਹੋਵਾਂਗੇ, ਉਹ ਸਾਫ਼ ਨਜ਼ਰ ਆਏਗੀ ਸਾਨੂੰ। ਕਹਿੰਦੇ ਤੈਸੇ ਹੀ ਹਰ ਬਸੇ ਨਿਰੰਤਰ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਕਹਿੰਦੇ ਆਪਣੇ ਅੰਦਰ ਨੂੰ ਖੋਜ। ਮਹਾਰਾਜ ਲਿਖਦੇ ਹੋਰ ਜਗ੍ਹਾ 'ਤੇ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ। ਕਹਿੰਦੇ ਬਾਹਰ ਜਾਣ ਦੀ ਕੀ ਲੋੜ ਹੀ ਹੈ? ਲੋੜ ਕੀ ਹੈ? ਕਹਿੰਦੇ ਤੇਰੇ ਦੇਹ ਰੂਪੀ ਘਰ ਦੇ ਅੰਦਰ ਨਿਵਾਸ ਕਰਦਾ ਹੈ। ਜਿਵੇਂ ਕਈ ਵਾਰੀ ਬੋਲਿਆ ਕਿ ਉਹ ਹੈ ਕਿੱਥੇ ਹੈ? ਇੱਕ ਜਗ੍ਹਾ 'ਤੇ ਨਹੀਂ ਬੈਠਾ ਹੋ। ਰਾਮ ਵਸਦਾ ਏ ਰੋਮਾਂ ਵਿੱਚ ਮੇਰੇ, ਰਾਮ ਵਸਦਾ ਏ ਰੋਮਾਂ ਵਿੱਚ ਮੇਰੇ। ਰਾਮ ਵਸਦਾ ਏ ਰੋਮਾਂ ਵਿੱਚ ਮੇਰੇ,
ਰਾਮ ਵਸਦਾ ਏ ਰੋਮਾਂ ਵਿੱਚ ਮੇਰੇ 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 ਰੋਮ ਰਾਮ ਦਾ ਹੀ ਨਾਮ ਪੁਕਾਰਦੇ ਨੇ 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 7 ਕਰੋੜ ਦਾ ਸਵਾਸ ਮੇਰਾ ਜਾਪ ਕਰੀਦਾ 7 ਕਰੋੜ ਦਾ ਸਵਾਸ ਮੇਰਾ ਜਾਪ ਕਰੀਦਾ 7 ਕਰੋੜ ਦਾ ਸਵਾਸ ਮੇਰਾ ਜਾਪ ਕਰਦਾ 7 ਕਰੋੜ ਦਾ ਸਵਾਸ ਮੇਰਾ ਜਾਪ ਕਰਦਾ ਪਿਆਰੀ ਸਾਧ ਸੰਗਤ 7 ਕਰੋੜ ਦਾ ਜਵਾਬ 3.5 ਕਰੋੜ ਸਾਡੇ ਸਰੀਰ ਤੇ ਰੋਮ ਨੇ ਸਵਾਸ ਅੰਦਰ ਜਾਂਦਾ ਹੈ ਇੱਕ ਸਵਾਸ ਅੰਦਰ ਜਾਂਦਾ ਹੈ 3.5 ਕਰੋੜ ਨੂੰ ਸਰੀਰ ਨੂੰ ਗਲਕੀ ਦੇ ਸਾਰੇ ਰੋਮ ਵਿੱਚ ਚਲੇ ਜਾਂਦਾ ਹੈ ਔਰ ਭੌਂ ਕੇ ਸਵਾਸ ਨੇ ਆਪਣੀ ਗਤੀ ਪੂਰੀ ਕਰਨੀ ਹੈ ਫਿਰ ਬਾਹਰ ਆਉਣਾ ਹੈ ਆਉਣ ਤੇ ਜਾਣ ਦੀ ਗਤੀ ਇੱਕ ਸਵਾਸ ਦੀ ਬਣਦਾ ਹੈ 3.5 ਕਰੋੜ ਦੀ ਸੈਰ ਕਰਦਾ ਕਰਦਾ ਅੰਦਰ ਜਾਂਦਾ ਹੈ 3.5 ਕਰੋੜ ਰੋਮ ਨੂੰ ਕ੍ਰਾਸ ਕਰਦਾ ਕਰਦਾ ਬਾਹਰ ਹੁੰਦਾ ਹੈ ਆਉਣ ਜਾਣ ਦੀ ਗਤੀ 3.5 ਤੇ 3.5 7 ਕਰੋੜ ਦਾ ਜਾਪ ਹੋ ਗਿਆ ਹੈ ਜੇ 7 ਕਰੋੜ ਵਾਰੀ ਕਿਸੇ ਨੇ ਰਾਮ ਰਾਮ ਕਹਿਣਾ ਹੈ ਮਾਲਾ ਫੇਰਨੀ ਹੈ ਤੇ ਕਿੰਨੇ ਦਿਨ ਲੱਗਣਗੇ ਪਰ ਇਸ ਕਰਕੇ ਸਤਿਗੁਰ ਨੇ ਇੱਕ ਸਹਿਲ ਮੰਤਰ ਦਿੱਤਾ ਹੈ ਬੜਾ ਸੌਖਾ ਮੰਤਰ ਦਿੱਤਾ ਹੈ ਆਦਿ ਮੰਤਰ ਦਿੱਤਾ ਹੈ ਜਿਹੜਾ ਆਦ ਤੋਂ ਚਲਿਆ ਆ ਰਿਹਾ ਹੈ ਕੋਈ ਨਵਾਂ ਮੰਤਰ ਨਹੀਂ ਹੈ ਇਸੇ ਮੰਤਰ ਨੂੰ ਰਵਿਦਾਸ ਨੇ ਪਕੜਿਆ ਸੀ ਇਸੇ ਮੰਤਰ ਨੂੰ ਕਬੀਰ ਨੇ ਪਕੜਿਆ ਸੀ ਇਸੇ ਮੰਤਰ ਨੂੰ ਹੀ ਗੁਰੂ ਨਾਨਕ ਨੇ ਪਕੜਿਆ ਸੀ ਪਿਆਰੀ ਸਾਧ ਸੰਗਤ ਇਹ ਮੰਤਰ ਜਿਹੜਾ ਹੈ ਇਹ ਆਦਿ ਤੋਂ ਚੱਲਦਾ ਆ ਰਿਹਾ ਹੈ ਇਹ ਆਦਿ ਤੋਂ ਚੱਲਦਾ ਆ ਰਿਹਾ ਹੈ ਇਸ ਕਰਕੇ ਗੱਲ ਕੀ ਆਉਣ ਜਾਣ ਦੀ ਗਤੀ ਜਿਹੜੀ ਹੈ ਉਹ 7 ਕਰੋੜ ਤੱਕ ਹੋ ਜਾਊਗੀ ਕਬੀਰ ਜੀ ਨੇ ਲਿਖਿਆ ਸਤਿਗੁਰ ਕੈਸਾ ਕੀਜੀਏ ਕਿੱਦਾਂ ਮਨ 'ਚ ਵਿਚਾਰ ਆਇਆ ਸਤਿਗੁਰ ਕੈਸਾ ਹੋਣਾ ਚਾਹੀਦਾ ਹੈ ਕਹਿੰਦੇ ਨੇ ਕਬੀਰ ਜੀ ਕਹਿੰਦੇ ਸਤਿਗੁਰ ਐਸਾ ਕੀਜੀਏ ਜੋ ਕਰੇ ਨਿਸ਼ਾਨੇ ਚੋਟ ਕਬੀਰ ਜੀ ਕਹਿੰਦੇ ਸਤਿਗੁਰ ਐਸਾ ਕੀਜੀਏ ਜੋ ਕਰੇ ਨਿਸ਼ਾਨੇ ਚੋਟ ਕਹਿੰਦੇ ਨੇ ਸਿਮਰਨ ਐਸਾ ਕੀਜੀਏ ਨਾ ਜੀਵਾ हिले ਨਾ ਹੋਠ ਸਿਮਰਨ ਤੇ ਉਹ ਹੈ ਨਾ ਜੀਭ हिले ਤੇ ਨਾ ਹੀ ਬੋਲ ਫਰਕਣ ਮੂੰਹ ਬੰਦ ਹੈ ਸਵਾਸਾਂ ਦੇ ਰਸਤੇ ਜਾਪ ਚੱਲ ਰਿਹਾ ਹੈ ਇਸ ਨੂੰ ਕੀ ਕਹਿੰਦੇ ਨੇ ਅਜੱਪਾ ਜਾਪ ਜਿਵੇਂ ਪਹਿਲਾਂ ਮੈਂ ਬੋਲਿਆ ਹੈ ਅਜੱਪਾ ਜਾਪਦਾ ਗੁਰਾਂ ਨੇ ਗਿਆਨ ਕੀਤਾ 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 ਧਿਆਨ 10ਵੇਂ ਦੁਆਰੇ ਵਿੱਚ ਲਾਇਆ ਏ 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 ਅਨਹਦ ਬਾਣੀ ਦਾ ਦੱਸਿਆ ਨਾਦ ਵੱਜਦਾ 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 ਕਿਉਂ ਜਿਹੜੀ ਚੀਜ਼ ਹੈ ਉਹਦਾ ਸਰੂਪ ਹੈ ਜਿਸ ਦਾ ਸਰੂਪ ਹੈ ਉਹਦੀ ਆਵਾਜ਼ ਵੀ ਹੈ ਕਿਉਂ ਅੰਦਰ ਜਦੋਂ ਸੁਰਤ ਅੰਦਰ ਜਾਂਦੀ ਹੈ ਤੇ ਅੰਦਰ ਕੀ ਦੇਖਦੀ ਹੈ ਇਹਦਾ ਰੂਪ ਕੀ ਹੈ ਮਨ ਤੂੰ ਜੋ ਸਰੂਪ ਗੁਰੂ ਅਮਰਦਾਸ ਜੀ ਲਿਖਦੇ ਨੇ ਮਨ ਤੂੰ ਜੋ ਸਰੂਪ ਆਪਣਾ ਮੂਲ ਪਛਾਣ ਕਹਿੰਦੇ ਤੂੰ ਜੋ ਸਰੂਪ ਹੋ ਕੇ ਆਇਆ ਸੰਸਾਰ 'ਚ
तू जो स्वरूप होके आया है। मन जोत ते जोत स्वरूप वाला, 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 मन जोत ते जोत स्वरूप वाला। सतगुरां ने गुर समझाया है, सतगुरां ने गुर समझाया है, सतगुरां ने गुर समझाया है, सतगुरां ने गुर समझाया है। ਇਹ ਗੁਰ ਕਹਿੰਦੇ ਨੇ ਸਾਨੂੰ ਤਰੀਕਾ ਦੱਸਤਾ। ਸਤਿਗੁਰ ਨੇ ਕਿਰਪਾ ਕੀਤੀ ਤੇ ਸਾਨੂੰ ਕੀ ਕੀਤਾ, ਸਾਨੂੰ ਅੰਦਰ ਦਾ ਰਾਜ ਸਮਝਾਤਾ ਹੈ, ਕਿੱਦਾਂ ਆਨੰਦ ਸ਼ਬਦ ਦੀ ਆਵਾਜ਼ ਸੁਣਨੀ ਹੈ। ਆਨੰਦ ਬਾਣੀ ਦਾ ਦੱਸਿਆ ਨਾਦ ਵੱਜਦਾ, ਪਰ ਕਦੋਂ? ਸਰੀਰ ਦੇ 9 ਦਰਵਾਜ਼ੇ ਨੇ। ਇਹ ਮਕਾਨ ਹੈ ਸਾਡਾ, ਸਰੀਰ ਮਕਾਨ ਹੈ। ਇਸ ਮਕਾਨ ਦੇ 9 ਦਰਵਾਜ਼ੇ ਨੇ। ਪਿਆਰੀ ਸਾਧ ਸੰਗਤ, ਰਾਤ ਨੂੰ ਸੌਂਦੇ ਹਾਂ ਅਸੀਂ ਅੰਦਰਲੇ ਦਰਵਾਜ਼ੇ ਵੀ ਬੰਦ ਕਰਦੇ ਹਾਂ ਅਤੇ ਬਾਹਰਲੇ ਦਰਵਾਜ਼ੇ ਵੀ ਘਰਾਂ ਦੇ ਬੰਦ ਕਰਦੇ ਹਾਂ। ਬਾਹਰਲਾ ਦਰਵਾਜ਼ਾ ਵੀ ਬੰਦ ਕਰ ਦਿੰਦੇ ਹਾਂ, ਕਿਉਂ? ਕਿਤੇ ਚੋਰੀ ਨਾ ਹੋ ਜਾਵੇ, ਕਿਤੇ ਚੋਰੀ ਨਾ ਹੋ ਜਾਏ, ਲੁੱਟੇ ਨਾ ਜਾਈਏ। ਪਰ ਇਹ ਸਰੀਰ ਰੂਪੀ ਘਰ ਜਿਹੜਾ ਹੈ ਦਿਨ ਰਾਤ ਲੁੱਟਿਆ ਜਾ ਰਿਹਾ ਹੈ, ਸਾਨੂੰ ਚਿੰਤਾ ਹੀ ਬਿਲਕੁਲ ਨਹੀਂ। ਇਹ ਸਰੀਰ ਦੇ 9 ਦਰਵਾਜ਼ੇ ਨੇ। ਉੱਪਰੋਂ ਚੱਲੀਏ, 2 ਅੱਖ ਨੇ, 2 ਕੰਨ ਨੇ, 4, 2 ਨੱਕ ਦੀਆਂ ਨਾਲੀਆਂ, 6, ਇੱਕ 7ਵਾਂ ਮੂੰਹ ਹੈ, 2 ਇੰਦਰੀਆਂ ਸਰਾਖ। ਇਹ 9 ਦਰਵਾਜ਼ੇ ਨੇ। ਤੇ ਜਿਸ ਘਰ ਦੇ 9 ਦਰਵਾਜ਼ੇ ਹੋਣ ਤੇ 9 ਹੀ ਖੁੱਲੇ ਰਹਿਣ ਸਦਾ ਹੀ, ਉਸ ਘਰ ਦੀ ਦਵਾਈ ਕਿਉਂ ਨਾ ਹੁੰਦੀ ਹੋਵੇ। ਅਸੀਂ ਕਦੀ ਅੱਖਾਂ ਬੰਦ ਕਰਕੇ ਅੰਦਰ ਨਹੀਂ ਝਾਕਿਆ, ਕੰਨਾਂ ਨੂੰ ਬੰਦ ਕਰਕੇ ਅੰਦਰ ਆਨੰਦ ਬਾਣੀ ਦਾ ਰਾਗ ਨਹੀਂ ਸੁਣਿਆ, ਜ਼ਬਾਨ ਨੂੰ ਬੰਦ ਕਰਕੇ, ਮੂੰਹ ਨੂੰ ਬੰਦ ਕਰਕੇ ਸਿਮਰਨ ਨਹੀਂ ਕੀਤਾ, ਤੇ ਨਾ ਹੀ ਅਸੀਂ ਇੰਦਰੀਆਂ ਦੇ ਸਰਾਖਾਂ ਨੂੰ ਗੱਲ ਕੀ ਬੰਦ ਕੀਤਾ ਹੈ। 9 ਦਰਵਾਜ਼ੇ ਬਾਣੀ ਵਿੱਚ ਲਿਖਿਆ ਗੁਰੂ ਸਾਹਿਬਾਨ ਨੇ, 9 ਦਰਵਾਜ਼ੇ ਨਵੇਂ ਦਰ ਫੀਕੇ, ਰਸ ਅਮਰ 10ਵੇਂ ਚੂਈਜੇ। ਹੁਣ 10ਵੇਂ ਦਵਾਰ 'ਚ ਜਾਣਾ ਤੇ ਕਿੱਦਾਂ ਜਾਵਾਂਗੇ? ਪਹਿਲਾਂ 9 ਦਰਾਂ ਨੂੰ ਬੰਦ ਕਰਨਾ ਹੈ। 9 ਦਰਾਂ ਨੂੰ ਕਿੱਦਾਂ ਬੰਦ ਕੀਤਾ? 9 ਦਰਾਂ ਨੂੰ ਸਤਿਗੁਰਾਂ ਬੰਦ ਕੀਤਾ, 9 ਦਰਾਂ ਨੂੰ ਸਤਿਗੁਰਾਂ ਬੰਦ ਕੀਤਾ, 9 ਦਰਾਂ ਨੂੰ ਸਤਿਗੁਰਾਂ ਬੰਦ ਕੀਤਾ, 9 ਦਰਾਂ ਨੂੰ ਸਤਿਗੁਰਾਂ ਬੰਦ ਕੀਤਾ। ਧਿਆਨ 10ਵੇਂ ਦਵਾਰੇ ਵਿੱਚ ਲਾਇਆ ਏ, ਧਿਆਨ 10ਵੇਂ ਦਵਾਰੇ ਵਿੱਚ ਲਾਇਆ ਏ, ਧਿਆਨ 10ਵੇਂ ਦਵਾਰੇ ਵਿੱਚ ਲਾਇਆ ਏ, ਧਿਆਨ 10ਵੇਂ ਦਵਾਰੇ ਵਿੱਚ ਲਾਇਆ ਏ। ਆਨੰਦ ਬਾਣੀ ਦਾ ਵੱਜਿਆ, ਅਨਹਦ ਬਾਣੀ ਦਾ ਦੱਸਿਆ ਨਾਦ ਵੱਜਦਾ, ਅਨਹਦ ਬਾਣੀ ਦਾ ਦੱਸਿਆ ਨਾਦ ਵੱਜਦਾ, ਅਨਹਦ ਬਾਣੀ ਦਾ ਦੱਸਿਆ ਨਾਦ ਵੱਜਦਾ, ਅਨਹਦ ਬਾਣੀ ਦਾ ਦੱਸਿਆ ਨਾਦ ਵੱਜਦਾ। ਅਨਹਦ ਬਾਣੀ। ਹੁਣ ਅੰਦਰ ਆਵਾਜ਼ ਵੀ ਹੈ, ਅੰਦਰ ਪ੍ਰਕਾਸ਼ ਵੀ ਹੈ, ਤੇ ਸਰੂਪ ਕਿਹੜਾ ਆਉਣਾ ਹੈ? ਸਤਿਗੁਰ ਸਰੂਪ ਦਾ ਧਿਆਨ ਧਰੀਏ। ਰੂਪ ਆਪਣਾ ਜਿੰਨਾ ਦਰਸਾਇਆ, ਜਿਵੇਂ ਪਹਿਲਾਂ ਬੋਲ ਗਏ ਹਾਂ, ਜਿਸ ਨੂੰ ਕਿਹਾ ਗੁਰੂ ਅਰਜਨ ਦੇਵ ਜੀ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਧਿਆਨ ਮੂਲਮ ਸ਼ਾਸਤਰ ਕਹਿੰਦਾ ਹੈ, ਧਿਆਨ ਮੂਲਮ ਗੁਰੂ ਮੂਰਤੀ, ਪੂਜਾ ਮੂਲਮ ਗੁਰੂ ਪਦਮ, ਮੰਤਰ ਮੂਲਮ ਗੁਰੂ ਵਾਕਿਆ, ਮੋਕਸ਼ ਮੂਲਮ ਗੁਰੂ ਕਿਰਪਾ। ਤੇ ਕੀ ਪੜ੍ਹਦੇ ਹਾਂ ਆਪਾਂ ਬਾਣੀ ਵਿੱਚ? ਕੀ ਪੜ੍ਹਦੇ ਹਾਂ? ਅਰਥ ਉਲਟ ਕਰ ਜਾਂਦੇ ਹਾਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਕਹਿੰਦੇ ਨੇ ਗੁਰੂ ਕੌਣ ਹੈ? ਗੁਰੂ ਹੀ ਮਾਂ ਹੈ। ਮਾਂ ਕੀ ਕਰਦੀ ਹੈ?
माँ बच्चे दी ਨੂੰ ਸਾਫ਼ ਕਰਦੀ ਹੈ, ਪਾਲਣ ਪੋਸ਼ਣ ਕਰਦੀ ਹੈ, ਮਾਂ ਬੱਚੇ ਦਾ ਖਿਆਲ ਰੱਖਦੀ ਹੈ। ਕਿਆ ਗੁਰੂ ਖਿਆਲ ਨਹੀਂ ਰੱਖਦਾ? ਪਿਆਰੀ ਸਾਧ ਸੰਗਤ, ਗੁਰੂ ਖਿਆਲ ਰੱਖਦਾ ਹੈ। ਕੀ ਖਿਆਲ ਰੱਖਦਾ ਹੈ? ਹੁਣ ਜਿਸਲੇ ਆਗਰੇ ਤੋਂ ਗੱਲ ਕੀ ਜਿਹੜੀ ਸੰਗਤ ਸੀ ਵੇਖਦੀ ਪਈ ਹੈ ਪਰਮਹੰਸ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਮਹਾਰਾਜ ਦੀ, ਅਤੇ ਉਹਨਾਂ ਨੇ ਕੀ ਕੀਤਾ ਵੇਖਿਆ ਕਿ ਬਾਬਾ ਜੀ ਜੀ ਜਿਹੜੇ ਹੱਡੀਆਂ ਦਾ ਪਿੰਜਰ ਬਣ ਗਏ, ਬਾਬਾ ਸਰੂਪਾਨੰਦ ਜੀ, ਅਤੇ ਟੇਰੀ 'ਚ ਮਹਾਰਾਜ ਜੀ ਵਿਰਾਜਮਾਨ ਨੇ। ਉਹਨਾਂ ਨੇ ਕੀ ਕੀਤਾ ਕਿ ਇੱਕ ਪੱਤਰ ਲਿਖਿਆ, ਪੱਤਰ ਲਿਖ ਕੇ ਅਤੇ ਉਹ ਟੇਰੀ ਜਾ ਕੇ ਗੱਲ ਕੀ ਬੰਦੇ ਦੇ ਸੰਗਤ ਦੇ ਬੰਦੇ ਦੇ ਰਸਤੇ ਭੇਜਿਆ, ਉੱਥੇ ਪਹੁੰਚਾਇਆ, ਅਤੇ ਕਹਿੰਦੇ ਜਾ ਕੇ ਮਹਾਰਾਜ ਨੂੰ ਸੁਣਾ ਦਿਓ ਆਹ ਹਾਲਤ ਹੈ ਬਾਬਾ ਸਰੂਪਾਨੰਦ ਜੀ ਦੀ, ਹੱਡੀਆਂ ਦੇ ਪਿੰਜਰ ਰਹਿ ਗਿਆ ਹੈ, ਅਤੇ ਬਸ ਸਵਾਸ ਹੀ ਚੱਲਦੇ ਪਏ ਨੇ, ਸਵਾਸਾਂ ਦਾ ਪਤਾ ਵੀ ਨਹੀਂ ਲੱਗਦਾ ਪਿਆ। ਬਾਕੀ ਇਹ ਹੈ ਨਾ ਉਹਨਾਂ ਅੱਖਾਂ ਪੁੱਟਿਆਂ ਕਈ ਮਹੀਨੇ ਹੋ ਗਏ ਨੇ, ਜਿਹੜੀਆਂ ਪਲਕਾਂ ਨੇ ਬੰਦ ਨੇ, ਜਿੱਥੇ ਹੱਥ ਪਿਆ ਹੱਥ ਹੈ, ਜਿੱਥੇ ਸਰੀਰ ਹੈ ਸਰੀਰ ਹੈ। ਅਤੇ ਮਹਾਰਾਜ ਜੀ ਉਹਨਾਂ ਦੇ ਸਰੀਰ ਦੇ ਲਾਗੇ ਜਿਹੜੀ ਹੈ ਉਹ ਘਾਹ ਕਿੰਨੀ ਕਿੰਨੀ ਉੱਚੀ ਜਿਹੜੀ ਹੈ ਉੱਗ ਪਈ ਹੈ। ਆਪਾਂ ਕਈ ਵਾਰੀ ਪਾਠ ਰੱਖਦੇ ਹਾਂ 15-16 ਦਿਨ ਜਾਂ 21 ਦਿਨ ਵਾਸਤੇ ਰਮਾਇਣ ਦਾ ਪਾਠ ਚੱਲਦਾ ਹੈ, ਅਤੇ ਆਪਾਂ ਕੀ ਕਰਨੇ ਹਾਂ, ਅਸੀਂ ਜਲ ਦਾ ਗੱਲ ਕੀ ਕੋਲ ਮਟਕਾ ਰੱਖਦੇ ਹਾਂ, ਜਲ ਦੇ ਦੁਆਲੇ ਦੁਆਲੇ ਕੀ ਕਰਦੇ ਹਾਂ, ਜੌਂ ਸੁੱਟ ਦਿੰਦੇ ਨੇ, ਕਣਕ ਸੁੱਟ ਦਿੰਦੇ ਨੇ, ਉਹ ਕਈ ਵਾਰੀ ਘੜੇ ਦੇ ਬਰਾਬਰ ਚਲੇ ਜਾਂਦੀ ਹੈ। ਪਿਆਰੀ ਸਾਧ ਸੰਗਤ, ਤੁਸੀਂ ਵਿਚਾਰ ਕਰੋ, ਜਿਹੜਾ ਉੱਠਿਆ ਨਹੀਂ ਆਪਣੇ ਆਸਣ ਦੇ ਉੱਤੋਂ, ਅਤੇ ਉਹ ਘਾਹ ਜਿਹੜਾ ਲਾਗੋਂ ਹਰੀ ਹਰੀ ਘਾਹ ਜਿਹੜੀ ਉਸ ਸਰੀਰ 'ਤੇ ਆ ਗਈ। ਇੱਥੋਂ ਤੱਕ ਇੱਕ ਪੰਛੀ ਹੈ, ਉਹਨੇ ਸਿਰ ਦੇ ਉੱਤੇ ਆਲ੍ਹਣਾ ਪਾ ਲਿਆ। ਇੰਨੀ ਘੋਰ ਤਪੱਸਿਆ, ਜਦੋਂ ਉਹਨਾਂ ਨੇ ਕੀ ਕੀਤਾ, ਰੋ ਰੋ ਕੇ ਗੱਲ ਕੀ ਚਿੱਠੀ ਲਿਖੀ ਹੈ, ਕਹਿੰਦੇ ਮਹਾਰਾਜ ਵੇਖਿਆ ਨਹੀਂ ਜਾਂਦਾ, ਸਾਡੇ 'ਤੇ ਕਿਰਪਾ ਕਰੋ, ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਨੂੰ ਇੱਕ ਝੌਂਪੜੀ ਬਣਾ ਦਈਏ, ਝੁੱਗੀ ਪਾ ਦਈਏ ਕੋਈ, ਪਰ ਸਾਡੇ ਆਖਣ ਦੇ ਨਾਲ ਇਹਨਾਂ ਉੱਠ ਪੈਣਾ। ਤੁਸੀਂ ਮਹਾਰਾਜ ਜੀ ਆਪਣਾ ਹੁਕਮ ਲਿਖ ਕੇ ਭੇਜੋ, ਤੁਸੀਂ ਹੁਕਮ ਕਰੋ, ਤੁਹਾਡੇ ਹੁਕਮ ਨੂੰ ਟਾਲ ਨਹੀਂ ਸਕਦੇ, ਕਿਉਂਕਿ ਤੁਸੀਂ ਸਤਿਗੁਰੂ ਜੇ, ਸਤਿਗੁਰ ਦਾ ਹੁਕਮ ਨਹੀਂ ਟਾਲ ਸਕਦਾ ਕੋਈ ਵੀ। ਇਸ ਲਈ ਪਰਮਹੰਸ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਮਹਾਰਾਜ ਨੇ ਗੱਲ ਕੀ ਚਿੱਠੀ ਪੜ੍ਹੀ ਹੈ, ਚਿੱਠੀ ਪੜ੍ਹੀ ਹੈ ਕਿ ਉਹ ਆਪ ਮਹਾਰਾਜ ਪੜ੍ਹੇ ਹੋਏ ਸਨ, ਉਹ ਪਕੜ ਕੇ ਜਿਹੜਾ ਚਿੱਠੀ ਹੈ ਸੰਗਤ ਦੀ ਪੜ੍ਹੀ ਹੈ, ਅਤੇ ਮਹਾਰਾਜ ਦੇ ਨੈਣਾਂ ਵਿੱਚੋਂ ਜਲ ਨਿਕਲ ਗਿਆ। ਖੁਸ਼ੀ ਦੇ ਵਿੱਚ ਆ ਕੇ ਕਿ ਮੇਰਾ ਸੇਵਕ ਨਿਰਭੈ ਪਦ ਤੱਕ ਪਹੁੰਚ ਗਿਆ। ਨਿਰਭੈ ਪਦ ਤੱਕ ਉੱਥੇ ਕੌਣ ਪਹੁੰਚਦਾ ਹੈ? ਬ੍ਰਹਮ ਗਿਆਨੀ ਪਹੁੰਚਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਉਹਨਾਂ ਫਿਰ ਕਰ ਕੀ ਜਿਹੜੀ ਸੰਗਤ ਸੀ ਜਿਹੜੀ ਉੱਥੇ ਗਈ, ਉਹਨਾਂ ਨੂੰ ਗੱਲ ਕੀ ਉਹਨੇ ਬੋਲਿਆ, ਕਹਿੰਦੇ ਵੀ ਤੁਸੀਂ ਕਹਿੰਦੇ ਹੋ ਕੋਈ ਚਿੱਠੀ ਲਿਖ ਕੇ ਭੇਜੋ, ਹੁਕਮ ਲਿਖੋ ਕੋਈ ਆਪਣਾ, ਕਹਿੰਦੇ ਅਸੀਂ ਹੁਕਮ ਨਹੀਂ ਦੇ ਸਕਦੇ ਉਹਨਾਂ ਨੂੰ। ਪੁੱਛਿਆ ਮਹਾਰਾਜ ਜੀ ਕਿਉਂ ਨਹੀਂ ਦੇ ਸਕਦੇ, ਤੁਹਾਡੇ ਸੇਵਕ ਨੇ? ਕਹਿੰਦੇ ਨਹੀਂ, ਸੇਵਕ ਬੜੀ ਦੂਰ ਪਹੁੰਚ ਗਿਆ, ਉਹ ਨਿਰਭੈ ਪਦ ਤੱਕ ਪਹੁੰਚ ਗਏ ਨੇ, ਉਹ ਨਿਰਭੈ ਪਦ ਤੱਕ ਪਹੁੰਚ ਗਏ ਨੇ। ਇਹ ਜੀਵ ਜਿਹੜਾ ਹੈ ਇਹ ਅਮਰ ਪਦ ਨੂੰ ਲੱਭਦਾ ਹੈ, ਅਮਰ ਪਦ ਨੂੰ ਲੱਭਦਾ ਹੈ, ਪਰ ਅਮਰ ਪਦ ਕਿੱਥੇ ਹੈ? ਅਮਰਾ ਪਦ ਤੋਂ ਥੱਲੇ ਭਟਕਦਾ ਸੀ। ਕੀ ਕਰਦਾ ਸੀ? ਕਦੀ ਕੁੱਤਾ ਬਣ ਗਿਆ, ਕਦੀ ਸੂਰ ਬਣ ਗਿਆ, ਕਦੀ ਪਸ਼ੂ ਬਣ ਗਿਆ, ਕਦੀ ਪਰਿੰਦਾ ਬਣ ਗਿਆ, ਇਹ ਭਟਕਣਾ ਸੀ। ਇਸ ਬਾਰੇ ਲਿਖਿਆ ਹੈ, ਅਮਰਾ ਪਦ ਤੋਂ ਥੱਲੇ ਭਟਕਦਾ ਸੀ, ਅਮਰਾ ਪਦ ਤੋਂ ਥੱਲੇ ਭਟਕਦਾ ਸੀ, ਅਮਰਾ ਪਦ ਤੋਂ ਥੱਲੇ ਭਟਕਦਾ ਸੀ, ਅਮਰਾ ਪਦ ਤੋਂ ਥੱਲੇ ਭਟਕਦਾ ਸੀ। ਅਮਰ ਕਰਕੇ ਗੁਰਾਂ ਨੇ ਦਿਖਲਾਇਆ ਏ, ਅਮਰ ਕਰਕੇ ਗੁਰਾਂ ਨੇ ਦਿਖਲਾਇਆ ਏ, ਅਮਰ ਕਰਕੇ ਗੁਰਾਂ ਨੇ ਦਿਖਲਾਇਆ ਏ, ਅੰਮ੍ਰਿਤ ਕਰਕੇ ਗੁਰਾਂ ਨੇ ਦਿਖਲਾਇਆ ਏ। ਜਿਹਨੂੰ ਲੱਭਦਿਆਂ ਕਈ ਸਨ ਜਨਮ ਗੁਜਰੇ, ਜਿਹਨੂੰ ਲੱਭਦਿਆਂ ਕਈ ਸਨ ਜਨਮ ਗੁਜਰੇ, ਜਿਹਨੂੰ ਲੱਭਦਿਆਂ ਕਈ ਸਨ ਜਨਮ ਗੁਜਰੇ, ਜਿਹਨੂੰ ਲੱਭਦਿਆਂ ਕਈ ਸਨ ਜਨਮ ਗੁਜਰੇ। ਗੁਰਾਂ ਪਲ ਵਿੱਚ ਮੇਲ ਮਿਲਾਇਆ ਏ,
ਗੁਰਾਂ ਪਲ ਵਿੱਚ ਮੇਲ ਮਿਲਾਇਆ ਏ ਗੁਰਾਂ ਪਲ ਵਿੱਚ ਮੇਲ ਮਿਲਾਇਆ ਏ ਗੁਰਾਂ ਪਲ ਵਿੱਚ ਮੇਲ ਮਿਲਾਇਆ ਏ ਲੱਭ ਲੋਭ ਤੋਂ ਗੁਰਾਂ ਨੇ ਕੱਢ ਲੀਤਾ 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 ਕਾਮ ਕ੍ਰੋਧ ਮਾਰ ਮੁਕਾਇਆ ਏ 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 ਸੋਇਮ ਰੂਪੇ ਸੱਚ ਸਰੂਪ ਤੇਰਾ ਸੋਇਮ ਰੂਪ ਏ ਸੱਚ ਸਰੂਪ ਤੇਰਾ ਸੋਇਮ ਰੂਪ ਏ ਸੱਚ ਸਰੂਪ ਤੇਰਾ ਸੋਇਮ ਰੂਪ ਏ ਸੱਚ ਸਰੂਪ ਤੇਰਾ ਪ੍ਰਗਟ ਕਰਕੇ ਗੁਰਾਂ ਨੇ ਸਮਝਾਇਆ ਏ ਪ੍ਰਗਟ ਕਰੀ ਕੇ ਗੁਰਾਂ ਨੇ ਸਮਝਾਇਆ ਏ ਪ੍ਰਗਟ ਕਰਕੇ ਗੁਰਾਂ ਨੇ ਸਮਝਾਇਆ ਏ ਪ੍ਰਗਟ ਕਰਕੇ ਗੁਰਾਂ ਨੇ ਸਮਝਾਇਆ ਏ ਸੁਣੀ ਤਾਣ ਜਦ ਅਨਹਦ ਨਾਦ ਵਾਲੀ 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 ਗੁਰੂ ਸੇਵਾਨੰਦ ਆਨੰਦ ਸਹਾਇਆ ਏ 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 ਮਾਰੀ ਨੈਣਾ ਜਲ ਆ ਗਿਆ ਕਹਿੰਦੇ ਅਸੀਂ ਉਹਨਾਂ ਨੂੰ ਹੁਕਮ ਨਹੀਂ ਕਰ ਸਕਦੇ ਜੇ ਕ੍ਰਿਸ਼ਨ ਕਹੋ ਤੇ ਕ੍ਰਿਸ਼ਨ ਹੈ ਰਾਮ ਕਹੋ ਤੇ ਰਾਮ ਹੈ ਨਾਨਕ ਕਹੋ ਤੇ ਨਾਨਕ ਹੈ ਔਰ ਜੇ ਕਬੀਰ ਕਹੋ ਤੇ ਕਬੀਰ ਹੈ ਇਸ ਕਰਕੇ ਨਿਰਭੈ ਪਦਵੀ ਚ ਪ੍ਰਾਪਤ ਕਰ ਚੁੱਕੇ ਨੇ ਪਰ ਇਸ ਤਰ੍ਹਾਂ ਕਰਨਾ ਅਸੀਂ ਤੁਹਾਨੂੰ ਇੱਕ ਸਲਾਹ ਦਿੰਦੇ ਹਾਂ ਸੇਵਕਾਂ ਨੂੰ ਕਹਿ ਰਹੇ ਨੇ ਕਹਿੰਦੇ ਨੇ ਕਿ ਇਸ ਤਰ੍ਹਾਂ ਕਰੋ ਕਿ ਸਾਡਾ ਇਹ ਖਿਆਲ ਹੈ ਕਿ ਉਹਨਾਂ ਨੂੰ ਸਮਾਧੀ ਅਵਸਥਾ ਵਿੱਚ ਹੀ ਕਿਸੇ ਤਰੀਕੇ ਦੇ ਨਾਲ ਇੱਥੇ ਪਹੁੰਚਾਓ ਸਾਡੇ ਕੋਲ ਗੁਰੂ ਦੇ ਅੰਦਰ ਸੇਵਕ ਵਾਸਤੇ ਪਿਆਰ ਖਤਮ ਨਹੀਂ ਹੁੰਦਾ ਮਤ ਆਖੋ ਕਿ ਇੱਕ ਸੇਵਕ ਆਖੇ ਕਿ ਸਾਡੇ ਨਾਲ ਪਿਆਰ ਹੀ ਨਹੀਂ ਹੈ ਉਹ ਗੁਰੂ ਤੇ ਪਲ ਪਲ ਸਾਡੀ ਸੰਭਾਲ ਕਰ ਰਿਹਾ ਹੈ ਅਜੇ ਮਾਂ ਵੀ ਕਹਿੰਦੀ ਜਿਹੜੀ ਹੈ ਉਹ ਵੀ ਕਹਿੰਦੀ ਹੈ ਦੇ ਲੈਣੀ ਹੈ ਮੈਂ ਦੁੱਧ ਠਹਿਰ ਕੇ ਇਹਨੂੰ ਚੁੱਕ ਲੈਣੀ ਇਹਨੂੰ ਮੈਂ ਠਹਿਰ ਕੇ ਰੋਲੇ ਥੋੜ੍ਹਾ ਜਿਹਾ ਕੋਈ ਗੱਲ ਨਹੀਂ ਪਰ ਗੁਰੂ ਕੋ ਨਹੀਂ ਸਹਿਆ ਜਾਂਦਾ ਮਹਾਰਾਜ ਜੀ ਨੇ ਕੀ ਕੀਤਾ ਜਿਸ ਵੇਲੇ ਕੁਝ ਆਪਣੇ ਅਭਿਆਸੀ ਸੰਤ ਸਨ ਉਹਨਾਂ ਨੂੰ ਤਿਆਰ ਕੀਤਾ ਕੁਝ ਸੰਗਤ ਦੇ ਜਿਹੜੇ ਸਨ ਅਭਿਆਸੀ ਜਿਹੜੇ ਸੰਗਤ ਦੇ ਬੰਦੇ ਸਨ ਉਹਨਾਂ ਨੂੰ ਤਿਆਰ ਕੀਤਾ ਸਾਰਿਆਂ ਨੂੰ ਤਿਆਰ ਕਰਕੇ ਜਿਹੜਾ ਸੇਵਾਦਾਰ ਆਇਆ ਸੀ ਉਹਦੇ ਨਾਲ ਭੇਜਿਆ ਆਗਰੇ ਕਹਿੰਦੇ ਜਾਓ ਜਾ ਕੇ ਕੀ ਕਰਨਾ ਨਾਲੇ ਮਾਰੇ ਨੈਣਾਂ 'ਚੋਂ ਆਂਸੂ ਕੱਢ ਰਹੇ ਨੇ ਅਤੇ ਨਾਲ ਕੀ ਕੀਤਾ ਇਹ ਆਪਣੇ ਸੇਵਕਾਂ ਨੂੰ ਇੱਥੇ ਉਦੇਸ਼ ਦੇ ਰਹੇ ਨੇ ਕਹਿੰਦੇ ਬਾਬਾ ਸਰੂਪਾਨੰਦ ਜੀ ਨੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਸਮਾਧੀ ਅਵਸਥਾ ਵਿੱਚ ਹੀ ਇੱਥੇ ਲੈ ਆਓ ਪਿਆਰੀ ਸਾਧ ਸੰਗਤ ਅਸੀਂ ਕਹਿੰਦੇ ਹਾਂ ਕਈ ਵਾਰੀ ਕਹਿੰਦੇ ਹਾਂ ਗੁਰੂ ਦਾ ਸਾਡੇ ਨਾਲ ਪਿਆਰ ਨਹੀਂ ਗੁਰੂ ਸਾਡੇ ਵੱਲ ਵਹਿੰਦਾ ਨਹੀਂ ਪਰ ਇੱਥੇ ਕੀ ਨਜ਼ਰ ਆਇਆ ਨਾਲੇ ਗੁਰੂ ਮਹਾਰਾਜ ਅੱਖਾਂ 'ਚੋਂ ਨੈਣਾਂ ਵਿੱਚੋਂ ਆਂਸੂ ਕੱਢ ਰਹੇ ਨੇ ਤੇ ਨਾਲੇ ਆਪਣਾ ਪਿਆਰ ਜਤਾ ਰਹੇ ਨੇ ਤੇ ਕੀ ਕਹਿ ਰਹੇ ਨੇ ਬਣਦਾ ਨਹੀਂ ਕੋਈ ਯਾਰ ਬਿਨਾ ਗੋਰੇ ਆਪਣੇ ਬਿਨਾ ਗੋਰੇ ਆਪਣੇ
ਇਹ ਬਣਦਾ ਨਹੀਂ ਕੋਈ ਯਾਰ ਬਿਨਾ ਗੋਰੇ ਆਪਣੇ, ਬਿਨਾ ਗੋਰੇ ਆਪਣੇ। ਬਣਦਾ ਨਹੀਂ ਕੋਈ ਯਾਰ ਬਿਨਾ ਗੁਰ ਆਪਣੇ, ਬਿਨਾ ਗੁਰ ਆਪਣੇ। ਬਣਦਾ ਨਹੀਂ ਕੋਈ ਯਾਰ ਬਿਨਾ ਗੁਰ ਆਪਣੇ, ਬਿਨਾ ਗੁਰ ਆਪਣੇ। ਇਹ ਬਣਦਾ ਨਹੀਂ ਕੋਈ ਯਾਰ ਬਿਨਾ ਗੋਰੇ ਆਪਣੇ, ਬਿਨਾ ਗੋਰੇ ਆਪਣੇ। ਇਹ ਬਣਦਾ ਨਹੀਂ ਕੋਈ ਯਾਰ ਬਿਨਾ ਗੋਰੇ ਆਪਣੇ, ਬਿਨਾ ਗੋਰੇ ਆਪਣੇ। ਬਣਦਾ ਨਹੀਂ ਕੋਈ ਯਾਰ ਬਿਨਾ ਗੁਰ ਆਪਣੇ, ਬਿਨਾ ਗੁਰ ਆਪਣੇ। ਬਣਦਾ ਨਹੀਂ ਕੋਈ ਯਾਰ ਬਿਨਾ ਗੁਰ ਆਪਣੇ, ਬਿਨਾ ਗੁਰ ਆਪਣੇ। ਤੇ ਸੇਵਕ ਅੰਦਰ ਕੀ ਭਾਵਨਾ ਹੈ? ਸਮਾਧੀ ਛੱਡ ਕੇ ਜਦੋਂ ਜੈਪੁਰ ਜਾਂਦੇ ਨੇ ਤੇ ਮਹਾਰਾਜ ਨੇ ਗੱਲ ਕੀ ਕੀਤਾ, ਅੰਦਰ ਤੜਫ ਉੱਠੀ ਮੈਂ ਜਾ ਕੇ ਸੇਵਾ ਕਰਾਂ, ਪਰ ਉੱਥੇ ਜਵਾਬਾ ਭਾਵੇਂ ਮਿਲ ਗਿਆ, ਪਰ ਨੈਣ ਚ ਅਥਰੂ ਕਿਰਦੇ ਨੇ। ਅੱਖਾਂ ਦਾ ਕੰਮ ਹੈ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਨਹੀਂ ਸਹਿੰਦੇ ਸਤਿਗੁਰ ਤੇਰਾ, ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਨਹੀਂ ਸਹਿੰਦੇ ਸਤਿਗੁਰ ਤੇਰਾ, ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਨਹੀਂ ਸਹਿੰਦੇ ਸਤਿਗੁਰ ਤੇਰਾ, ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਨਹੀਂ ਸਹਿੰਦੇ ਸਤਿਗੁਰ ਤੇਰਾ, ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਦੋ ਨੈਣ ਵਿਛੋੜਾ ਨਹੀਂ ਸਹਿੰਦੇ, ਦੋ ਨੈਣ ਵਿਛੋੜਾ ਨਹੀਂ ਸਹਿੰਦੇ। ਪਿਆਰੀ ਸਾਧ ਸੰਗਤ, ਇੱਕ ਛੋਟੀ ਜਿਹੀ ਕਥਾ ਕੀਤੀ ਹੈ। ਤਪੱਸਿਆ, ਸਤਿਗੁਰ ਦੇ ਤਪੱਸਿਆ ਦੀ ਛੋਟੀ ਜਿਹੀ ਕਥਾ ਕੀਤੀ ਹੈ। ਟਾਈਮ ਸਮਾਪਤ ਹੋ ਗਿਆ ਹੈ, ਜ਼ਿਆਦਾ ਹੋ ਗਿਆ, ਪਰ ਦਿਲ ਤੇ ਕਰਦਾ ਜਾਊਂ। ਗੁਰੂ ਮਹਾਰਾਜ ਦੀ ਮਹਿਮਾ ਜਿਹੜੀ ਹੈ ਉਹ ਅਗੰਮ ਹੈ, ਅਕੱਥ ਹੈ, ਸਾਡੀ ਕਥਨੀ ਦੇ ਪਰੇ ਹੈ। ਅਸੀਂ ਕਹਿ ਵੀ ਕੀ ਸਕਦੇ ਹਾਂ? ਕਿਉਂ? ਸਾਡੀ ਬੁੱਧੀ ਉੱਥੇ ਤੱਕ ਨਹੀਂ ਜਾ ਸਕਦੀ, ਸਾਡੀ ਅੰਦਰਲੀ ਜਿਹੜੀ ਤਾਕਤ ਹੈ ਉੱਥੇ ਤੱਕ ਨਹੀਂ ਪਹੁੰਚ ਸਕਦੀ ਜਿੱਥੇ ਗੁਰੂ ਸਾਹਿਬਾਨ ਨੇ ਗੱਲ ਕੀ ਆਪਣੇ ਆਪ ਨੂੰ ਰੱਖਿਆ ਹੈ। ਇਸ ਕਰਕੇ ਪਿਆਰੀ ਸਾਧ ਸੰਗਤ, ਅਸੀਂ ਇਹਨਾਂ 'ਤੇ ਕਰ ਸਕਦੇ ਹਾਂ। ਇਹ ਸਾਡਾ ਮਾਲਕ ਹੈ, ਅਸੀਂ ਉਸ ਦੇ ਦਰ ਦੇ ਕੂਕਰ ਹਾਂ। ਇਹ ਸਾਡਾ ਮਾਲਕ ਹੈ, ਅਸੀਂ ਉਸ ਦਰ ਦੇ ਕੂਕਰ ਹਾਂ। ਪਰ ਕੂਕਰ ਦਾ ਕੀ ਕੰਮ ਹੁੰਦਾ ਹੈ? ਕੂਕਰ ਦਾ ਕੰਮ ਹੁੰਦਾ ਹੈ ਹੋਰ ਨਹੀਂ ਕੁਛ, ਤੇ ਗੱਲ ਕੀ ਦਰਵਾਜ਼ੇ 'ਤੇ ਬਹਿ ਕੇ ਰਾਖੀ ਕਰੀ ਜਾਏ। ਉਹਦੇ ਗੁਣਾਂ 'ਤੇ ਗਾ ਸਕਦੇ ਹਾਂ ਨਾ ਅਸੀਂ, ਉਹਦੇ ਗੁਣਾਂ ਦਾ ਗੱਲ ਕੀ ਵਰਣਨ 'ਤੇ ਕਰ ਸਕਦੇ ਹਾਂ ਅਸੀਂ, ਪਰ ਸਾਨੂੰ ਉਹ ਵੀ ਕਰਨਾ ਨਹੀਂ ਆਉਂਦਾ। ਇਸ ਕਰਕੇ ਉਹਨਾਂ ਦੀ ਮਹਿਮਾ ਜਿਹੜੀ ਹੈ ਉਹ ਅਗੰਮ ਹੈ, ਅਗਾਧ ਹੈ, ਅਬੋਧ ਹੈ, ਸਾਡੀ ਬੁੱਧੀ ਤੋਂ ਪਰੇ ਹੈ। ਅਬੋਧ ਦਾ ਮਤਲਬ ਸਾਡੀ ਬੁੱਧੀ ਤੋਂ ਪਰੇ ਹੈ। ਅਤੇ ਇਸ ਕਰਕੇ ਅਸੀਂ ਉਹਨਾਂ ਦੀ ਮਹਿਮਾ ਨੂੰ ਗਾ ਨਹੀਂ ਸਕਦੇ। ਉਹ ਆਪਣੇ ਵਿੱਚ, ਉਹ ਆਪਣੇ ਆਪ ਵਿੱਚ ਆਪ ਹੀ ਸਨ ਜੋ ਕੁਝ ਸਨ। ਇਸ ਕਰਕੇ ਮਾਲਿਕ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ, ਸਾਰੀ ਸੰਗਤ ਉੱਤੇ ਕਿਰਪਾ ਕਰਨ। ਉਹ ਅੱਖੀਆਂ ਸਾਨੂੰ ਵੀ ਦੇਣ, ਉਹ ਵਿਚਾਰ ਸਾਨੂੰ ਵੀ ਦੇਣ, ਉਹ ਗੁਣ ਸਾਨੂੰ ਵੀ ਦੇਣ, ਜਿਨ੍ਹਾਂ ਕਰਕੇ ਸਾਡੀ ਸੁਰਤੀ ਜਿਹੜੀ ਸ਼ਬਦ ਦੇ ਨਾਲ ਜੁੜ ਕੇ ਸਿਮਰਨ ਨਾਲ ਲੱਗ ਕੇ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਤਰ ਕੇ ਪਾਰ ਹੋ ਜਾਈਏ ਅਸੀਂ। ਇਸ ਕਰਕੇ ਪਿਆਰੀ ਸਾਧ ਸੰਗਤ, ਉਹਨਾਂ ਨੇ ਸੰਸਾਰ ਵਿੱਚ 13 ਸਾਲ ਆਪਣੇ ਤਨ ਉੱਤੇ ਕਸ਼ਟ ਸਹਿ ਕੇ ਸਾਡੇ ਲੋਕਾਂ ਵਾਸਤੇ ਉਹਨਾਂ ਨੇ ਕੀ ਕੀਤਾ, ਇੱਕ ਜਹਾਜ਼ ਬਣਾ ਦਿੱਤਾ, ਜਿਹਨੂੰ ਅਸੀਂ ਗੱਲ ਕੀ ਉਹਨਾਂ ਦੀ ਮਹਿਮਾ ਗਾ ਕੇ ਵੀ ਅਸੀਂ ਪਾਰ ਹੋ ਸਕਦੇ ਹਾਂ। ਇਸ ਕਰਕੇ ਥੋੜ੍ਹਾ ਸਮਾਂ ਕੱਢ ਕੇ ਨਾਮ ਜਪਿਆ ਕਰੋ, ਸਿਮਰਨ ਕਰਕੇ, ਸੇਵਾ ਕਰਕੇ, ਸਤਸੰਗ ਸੁਣ ਕੇ ਆਪਣੇ ਜੀਵਨ ਨੂੰ ਸਾਰਥਕ ਕਰੋ। ਬੋਲੋ ਸ਼੍ਰੀ ਸਤਿਗੁਰੂ ਦੇਵ ਮਹਾਰਾਜ ਕੀ ਜੈ। ਬੋਲੋ ਸ਼੍ਰੀ ਨੰਗਲੀ ਨਿਵਾਸੀ ਸ਼੍ਰੀ ਗੁਰੂ ਮਹਾਰਾਜ ਕੀ ਜੈ। ਬੋਲੋ ਸ਼੍ਰੀ ਪਰਮਹੰਸ ਦਿਆਲ ਮਹਾਰਾਜ ਕੀ ਜੈ।